हाँ जी बच्चों, अज आप क्लास +2 का फस्ट चैप्टर शुरू करन जा रहे हैं जिसका नाम है रिलेशनस एंड फंक्शनस। ये चैप्टर दियाँ कुल 4 एक्सरसाइज़ ने जिहदे विचों पहली एक्सरसाइज है जो वो रिलेशन नाल रिलेटेड है, तो अगलियां 3 एक्सरसाइज फंक्शन नाल रिलेटेड ने। तो हजे आप फंक्शन की गल नहीं करांगे, सिर्फ रिलेशन की ही गल करांगे। सब तो पहला रिलेशन हुंदा की है, जे आप मैथ नूं भी छड्ड दईए तो नॉर्मल लाइफ दे विच रिलेशन का की मतलब हुंदा है? कोई भी रिश्ता जिवें आपां कह दईए भी वो मेरा ब्रदर है, तो जिहड़ा वो ब्रदर है अपना, वो ब्रदर की है, एक रिलेशन है। जां कह सकते हैं भी ही इज़ माई फादर, तो जिहड़ा ਉਹਦੇ ਨਾਲ अपना रिश्ता की हो गया, फादर का रिश्ता हो गया ਉਹਦਾ अपने नाल। तो एवें रिलेशनस हुंदे अपनी लाइफ दे विच भी। उस तरीके नाल मैथ दे विच भी कुछ रिलेशन हुंदे आ। दो नंबर्स दे विच कुछ रिलेशन हो सकता है, जिवें मैं कुछ लिखे ने तुहाडे लई। देखो रिलेशन की हुंदा है, ग्रेटर दैन रिलेशन हो सकता है, मतलब कि एक नंबर दूजे तो बड़ा हुंदा है। जिवें 6 ते 2 दे विच रिलेशन होल्ड करदा है, 6 इज़ ग्रेटर दैन 2। उस तरीके नाल दो लाइनस दे विच रिलेशन हो सकता है, परपेंडिकुलर। दो लाइनां कई बार परपेंडिकुलर हुंदियां ने, ਜਿਹੜੀਆਂ ਜਿਹੜੀਆਂ ਲਾਈਨਾਂ परपेंडिकुलर ਹੋਣਗੀਆਂ ਉਹਨਾਂ ਦੇ ਵਿੱਚ ਆਪਾਂ ਇਹ ਰਿਲੇਸ਼ਨ ਲਿਖ ਸਕਦੇ ਹਾਂ। ਉਸੇ ਤਰੀਕੇ ਨਾਲ ਕਈ ਨੰਬਰਸ ਹੁੰਦੇ ਆ ਜਿਹੜੇ ਇੱਕ ਨੰਬਰ ਦੂਜੇ ਦਾ ਫੈਕਟਰ ਹੁੰਦਾ ਹੈ। ਜਿਵੇਂ 3 ਦੇ ਟੇਬਲ 'ਚ 9 ਆਉਂਦਾ ਹੈ, ਤਾਂ ਆਪਾਂ ਕਹਿ ਦਿੰਦੇ ਆ ਵੀ 3 ਇਜ਼ ਫੈਕਟਰ ਆਫ 9। ਤਾਂ ਇਜ਼ ਫੈਕਟਰ ਆਫ ਕੀ ਹੈ? ਰਿਲੇਸ਼ਨ ਹੈ। ਉਸੇ ਤਰੀਕੇ ਨਾਲ ਟ੍ਰਾਇੰਗਲਸ ਦੇ ਵਿੱਚ ਵੀ ਹੋ ਸਕਦਾ ਹੈ। ਜਿਵੇਂ ਕਈ ਵਾਰ ਦੋ ਟ੍ਰਾਇੰਗਲਸ ਸਿਮਿਲਰ ਹੁੰਦੀਆਂ ਨੇ, ਤਾਂ ਉਹਨਾਂ ਦੇ ਵਿੱਚ ਆਪਾਂ ਲਿਖ ਦਿੰਦੇ ਆ ਕਿ ਜਿਹੜੀ ਫਸਟ ਟ੍ਰਾਇੰਗਲ ਹੈ दैट इज़ सिमिलर टू सैकेंड। मतलब ਜਿਹੜਾ ਇਹ सिमिलर टू है, ਇਹ ਦੋ ट्रायंगल ਦੇ ਵਿੱਚ ਰਿਲੇਸ਼ਨ ਹੋ ਸਕਦਾ ਹੈ। ਐਵੇਂ ਅਨੇਕ ਕਈ ਰਿਲੇਸ਼ਨਸ ਹੋ ਸਕਦੇ ਆ, ਠੀਕ ਹੈ, ਜਿਹੜੇ ਮਤਲਬ ਕਿਸੇ ਨਾ ਕਿਸੇ ਦੋ ਐਲੀਮੈਂਟਸ ਦੇ ਵਿੱਚ ਹੋਲਡ ਕਰਦੇ ਹੁੰਦੇ ਆ। ਇਹ ਤਾਂ ਹੋ ਗਿਆ ਬੇਸਿਕ ਗੱਲ ਕਿ ਰਿਲੇਸ਼ਨਸ ਹੁੰਦੇ ਕੀ ਨੇ। ਜੇ ਆਪਾਂ ਇਹਨੂੰ ਮੈਥਮੈਟੀਕਲ ਰਿਲੇਸ਼ਨ ਇਹਦਾ ਡੀਪਲੀ ਸਮਝਣਾ ਚਾਹੁੰਦੇ ਆ ਵੀ ਮੈਥਮੈਟੀਕਲ ਡੈਫੀਨੇਸ਼ਨ ਕੀ ਹੈ, ਤਾਂ ਉਹਦੇ ਲਈ ਆਪਾਂ ਨੂੰ ਇੱਕ ਗੱਲ ਹੋਰ ਸਮਝਣੀ ਪਊਗੀ, ਇੱਕ ਦੋ ਬੇਸਿਕ ਸਮਝਣੇ ਪੈਣਗੇ। ਤਾਂ ਆਪਾਂ ਉੱਥੋਂ ਗੱਲ ਸ਼ੁਰੂ ਕਰਦੇ ਹਾਂ। ਸਭ ਤੋਂ ਪਹਿਲਾਂ ਆਪਾਂ ਨੂੰ ਪਤਾ ਹੋਣਾ ਚਾਹੀਦਾ ਕਾਰਟੀਜ਼ੀਅਨ ਪ੍ਰੋਡਕਟ ਕੀ ਹੁੰਦਾ। ਤਾਂ ਕਾਰਟੀਜ਼ੀਅਨ ਪ੍ਰੋਡਕਟ ਲਈ ਮੈਨੇ ਦੋ ਸੈੱਟ ਲੈ ਲਏ। ਇੱਕ A ਸੈੱਟ ਹੈ ਜਿਹੜਾ ਕਿ 1 2 3 ਹੈ, ਤੇ B ਸੈੱਟ ਹੈ 3 4। ਆਪਾਂ ਨੇ ਅਜ਼ਿਊਮ ਕਰ ਲਏ ਦੋ ਸੈੱਟ। ਤਾਂ ਇਹਨਾਂ ਦੀ ਕਾਰਟੀਜ਼ੀਅਨ ਪ੍ਰੋਡਕਟ ਆਪਾਂ ਨੇ ਹਮੇਸ਼ਾ ਉਹਨੂੰ A क्रॉस B ਨਾਲ ਆਪਾਂ ਡਿਨੋਟ ਕਰਦੇ ਹਾਂ। ਤੇ ਜਦੋਂ ਕਾਰਟੀਜ਼ੀਅਨ ਪ੍ਰੋਡਕਟ ਕਰਨੀ ਹੈ ਤਾਂ ਉਹ ਕਿਵੇਂ ਕਰੀਦੀ ਹੁੰਦੀ ਆ? 1 3 1 4 2 3 2 4 3 3 4। मतलब पहला एलीमेंट A सैट ਦੇ ਵਿੱਚੋਂ ਲਿਖਣਾ, ਦੂਜਾ B ਦੇ ਵਿੱਚੋਂ। ਜਿਵੇਂ 1 3 1 ਨਾਲ ਫਿਰ 4 ਲਿਖ ਲਿਆ, ਫਿਰ 2 ਨਾਲ 3 2 ਨਾਲ 4 ਲਿਖ ਲਿਆ, ਫਿਰ 3 ਨਾਲ 3 3 ਨਾਲ 4 ਲਿਖ ਲਿਆ। ਤਾਂ ਐਵੇਂ ਸਾਰੇ ਲਿਖ ਲੈਣੇ ਆ। ਤਾਂ ਇਹ ਹੋ ਗਈ ਕਾਰਟੀਜ਼ੀਅਨ ਪ੍ਰੋਡਕਟ। ਇਹ ਹਮੇਸ਼ਾ ਦੋ ਸੈੱਟ ਦੇ ਵਿੱਚ ਹੁੰਦੀ ਹੈ। ਤਾਂ ਹੁਣ ਇਹਦੇ ਵਿੱਚ ਵੀ ਇੱਕ ਦੋ ਗੱਲਾਂ ਧਿਆਨ ਰੱਖਣ ਵਾਲੀਆਂ ਨੇ। ਜਿਹੜੇ ਵੀ ਫਸਟ ਪੋਜੀਸ਼ਨ ਤੇ ਐਲੀਮੈਂਟ ਹੋਣਗੇ, ਮਤਲਬ ਜਿਵੇਂ 1 ਬਾਰ-ਬਾਰ ਰਿਪੀਟ ਹੋ ਰਿਹਾ, 2 ਹੈ 3 ਹੈ, ਤਾਂ ਜਿਹੜੇ ਇਹ ਐਲੀਮੈਂਟਸ ਨੇ ਪਹਿਲੀ ਪੋਜੀਸ਼ਨ ਤੇ ਉਹ ਹਮੇਸ਼ਾ A ਨੂੰ ਬਿਲੋਂਗ ਕਰਦੇ ਹੁੰਦੇ ਆ। ਤੇ ਜਿਹੜੇ ਦੂਜੀ ਪੋਜੀਸ਼ਨ ਤੇ ਐਲੀਮੈਂਟ ਨੇ ਜਿਵੇਂ 3 4 ਇਹ ਨੇ, ਇਹ ਹਮੇਸ਼ਾ B ਸੈੱਟ ਨੂੰ ਬਿਲੋਂਗ ਕਰਦੇ ਹੁੰਦੇ ਆ। ਮਤਲਬ ਜਿਹੜੇ ਉਹਦੇ ਪਹਿਲੀ ਪੋਜੀਸ਼ਨ ਤੇ ਆਏ ਨੇ ਕੌਮਿਆਂ ਤੋਂ ਪਹਿਲਾਂ, ਉਹ A ਦੇ ਵਿੱਚੋਂ ਹੋਣਗੇ, ਦੂਜੇ ਐਲੀਮੈਂਟਸ B ਦੇ ਵਿੱਚੋਂ ਹੋਣਗੇ। ਜਾਂ ਇਹਨੂੰ ਹੋਰ ਆਪਾਂ ਖੋਲ ਕੇ ਗੱਲ ਕਹੀਏ ਤਾਂ ਇਹਨੂੰ ਆਪਾਂ ਡੋਮੇਨ ਵੀ ਕਹਿ ਦਿੰਦੇ ਆ। ਡੋਮੇਨ ਸੈੱਟ ਕਿਹੜਾ ਹੁੰਦਾ ਤੇ ਰੇਂਜ ਸੈੱਟ ਕਿਹੜਾ ਹੁੰਦਾ। ਜਾਣੀ ਜੋ ਫਸਟ ਪੋਜੀਸ਼ਨ ਵਾਲੇ ਐਲੀਮੈਂਟ ਨੇ ਜਿਵੇਂ 1 2 3 ਇਹ ਨੰਬਰਸ ਨੇ ਜਿਹੜੇ, ਇਹ ਡੋਮੇਨ ਸੈੱਟ ਹੈ। ਤੇ ਜੇ ਆਪਾਂ ਨੂੰ ਕੋਈ ਕਹੇ ਵੀ ਇਹਦੇ ਵਿੱਚੋਂ ਰੇਂਜ ਦੱਸੋ ਕਿੱਥੇ ਹੈ, ਤਾਂ ਉਹ 3 4 ਇਹ ਰੇਂਜ ਸੈੱਟ ਹੈ, ਠੀਕ ਹੈ ਨਾ। ਤਾਂ ਡੋਮੇਨ ਰੇਂਜ ਬਾਰੇ ਚੰਗੀ ਤਰ੍ਹਾਂ ਗੱਲ ਆਪਾਂ ਫੰਕਸ਼ਨ ਟੌਪਿਕ ਦੇ ਵਿੱਚ ਕਰਾਂਗੇ। ਇੱਥੇ ਸਿਰਫ ਆਪਾਂ ਨੇ ਬੇਸਿਕ ਜੀ ਗੱਲ ਸਮਝੀ ਹੈ ਕਿ ਡੋਮੇਨ ਪਹਿਲੇ ਨੰਬਰ ਤੇ ਲਿਖੀ ਹੁੰਦੀ ਹੈ ਤੇ ਰੇਂਜ ਅਗਲੀ ਲਿਖੀ ਹੁੰਦੀ ਹੈ। ਤਾਂ ਹੁਣ ਇੱਥੇ ਆਪਾਂ ਡੋਮੇਨ ਰੇਂਜ ਜਾਂ ਕਾਰਟੀਜ਼ੀਅਨ ਪ੍ਰੋਡਕਟ ਦੀ ਗੱਲ ਕਿਉਂ ਕੀਤੀ ਹੈ? ਤਾਂ ਪਹਿਲਾਂ ਕੀ ਕਰਦੇ ਹਾਂ, ਆਪਾਂ ਕੋਈ ਵੀ ਇੱਕ ਰਿਲੇਸ਼ਨ ਲੈ ਲੈਂਦੇ ਹਾਂ। ਕੋਈ ਨੋਰਮਲ ਮੈਥਮੈਟੀਕਲ ਰਿਲੇਸ਼ਨ ਲੈਣ ਲੱਗੇ ਆਪਾਂ। ਇਹ ਆਪਾਂ ਰਿਲੇਸ਼ਨ ਦੀ ਕੋਈ ਐਗਜ਼ਾਮਪਲ ਲੈ ਲਈ। ਇਹਨੂੰ ਮੈਂ ਲਿਖਣ ਦਾ ਵੀ ਤੁਹਾਨੂੰ ਸਮਝਾ ਦੇਣਾ ਕਿਵੇਂ ਲਿਖਣਾ ਹੁੰਦਾ। ਇਹ ਆਪਾਂ ਨੇ ਲਿਖਿਆ, ਪਹਿਲਾਂ ਤਾਂ ਇਹਨੂੰ ਸੈੱਟ ਵਾਲੀ ਜੋ ਕਰਲੀ ਬ੍ਰੈਕਟ ਹੁੰਦੀ ਹੈ ਉਹਦੇ ਵਿੱਚ ਬੰਦ ਕਰਨਾ ਹੈ। ਫਿਰ ਦੋ ਐਲੀਮੈਂਟ ਲਿਖੇ ਨੇ A ਤੇ B।
ਮਤਲਬ ਕੌਮੇ ਤੋਂ ਪਹਿਲਾਂ A ਲਿਖਣਾ ਆਪਾਂ ਨੇ, ਕੌਮੇ ਤੋਂ ਬਾਅਦ ਵਾਲੀ ਚੀਜ਼ B ਲਿਖਣੀ ਆ। ਹੋਣੇ ਕਿਹੋ ਜਿਹੇ ਚਾਹੀਦੇ ਆ? ਜਿਹੜਾ A ਹੈ ਉਹ ਕੈਪੀਟਲ A ਨੂੰ ਬਿਲੋਂਗ ਕਰਨਾ ਚਾਹੀਦਾ ਹੈ। ਬਿਲੋਂਗ ਦਾ ਮਤਲਬ ਇਹ ਸਿੰਬਲ ਹੁੰਦਾ ਹੈ ਐਵੇਂ ਐਪਸਾਈਲਨ ਵਾਂਗੂ। ਤਾਂ A ਹੈ ਜਿਹੜਾ ਮਤਲਬ ਜੋ ਪਹਿਲੀ ਪੋਜੀਸ਼ਨ ਤੇ ਚੀਜ਼ ਆਪਾਂ ਲਿਖਾਂਗੇ ਉਹ ਤਾਂ A ਸੈੱਟ ਦੇ ਵਿੱਚੋਂ ਹੋਣੀ ਚਾਹੀਦੀ ਹੈ। A ਸੈੱਟ ਕਿੱਥੇ ਆਪਣਾ? ਉੱਪਰ ਪਿਆ 1 2 3। ਐਵੇਂ ਜਿਹੜੀ ਦੂਜੇ ਨੰਬਰ ਤੇ ਚੀਜ਼ ਹੈ B, ਉਹ ਇਸ ਕੈਪੀਟਲ B ਦੇ ਵਿੱਚੋਂ ਹੋਣੀ ਚਾਹੀਦੀ ਹੈ। ਜਿਹੜੀ ਆਪਾਂ ਇੱਥੇ ਲਿਖਿਆ ਵੀ A ਕੈਪੀਟਲ A ਚੋਂ ਹੋਣਾ ਚਾਹੀਦਾ, B ਕੈਪੀਟਲ B ਚੋਂ ਹੋਣਾ ਚਾਹੀਦਾ। ਤਾਂ A ਸੈੱਟ ਆਪਾਂ ਇਹਦੇ ਵਿੱਚੋਂ ਲੈਣਾ, ਜਿਹੜਾ A ਐਲੀਮੈਂਟ ਲੈਣਾ, B ਐਲੀਮੈਂਟ A ਸੈੱਟ ਦੇ ਵਿੱਚੋਂ ਲੈਣਾ। ਪਰ ਉਹਨਾਂ ਦੇ ਵਿੱਚ ਰਿਲੇਸ਼ਨ ਕੀ ਹੋਣਾ ਚਾਹੀਦਾ? A ਇਜ਼ ਫੈਕਟਰ ਆਫ B ਹੋਣਾ ਚਾਹੀਦਾ। ਪਹਿਲਾ ਦੂਜੇ ਦਾ ਫੈਕਟਰ ਹੋਣਾ ਚਾਹੀਦਾ। ਤਾਂ ਦੇਖੋ ਤੁਸੀਂ ਆਪ ਹੀ ਸੋਚੋ ਨਾਲ ਵੀ ਕੀ ਆਪਾਂ ਉਹ ਰਿਲੇਸ਼ਨ ਲਿਖ ਸਕਦੇ ਹਾਂ ਜਿਹੜਾ ਫੈਕਟਰ ਹੋਵੇ। ਦੇਖੋ A ਚੋਂ ਲੈਣਾ 1, ਉਹਨਾਂ ਚੋਂ ਕਿਹਦਾ ਫੈਕਟਰ ਹੋ ਸਕਦਾ? ਤੁਹਾਨੂੰ ਪਤਾ ਵੀ 1 ਹਰੇਕ ਨੰਬਰ ਦਾ ਫੈਕਟਰ ਹੁੰਦਾ, ਤਾਂ 1,3 ਲਿਖ ਸਕਦੇ ਹਾਂ ਆਪਾਂ। ਦੇਖੋ 1 ਇਜ਼ ਫੈਕਟਰ ਆਫ 3, 1 ਇਜ਼ ਆਲਸੋ ਫੈਕਟਰ ਆਫ 4, 2 ਇਜ਼ ਫੈਕਟਰ ਆਫ 2 ਕਿਹਦਾ ਫੈਕਟਰ ਹੈ? 3 ਦਾ ਫੈਕਟਰ ਤਾਂ ਹੈ ਨਹੀਂਗਾ, ਤਾਂ ਨਹੀਂ ਲਿਖਾਂਗੇ। 2 ਹੈ ਜਿਹੜਾ ਉਹ 4 ਦਾ ਫੈਕਟਰ ਹੈ। ਇਸੇ ਤਰੀਕੇ ਨਾਲ 3 ਹੈ ਜਿਹੜਾ ਉਹ ਸਿਰਫ 3 ਦਾ ਫੈਕਟਰ ਹੈ। 3 4 ਦਾ ਫੈਕਟਰ ਨਹੀਂ ਹੈਗਾ, ਤਾਂ ਉਹ ਵੀ ਆਪਾਂ ਨਹੀਂ ਲਿਖਾਂਗੇ। ਤਾਂ ਇਹ ਸਾਰਾ ਸੈੱਟ ਹੈ ਜਿਹੜਾ ਇਹ ਰਿਲੇਸ਼ਨ ਆਪਣਾ ਆ ਗਿਆ, ਜਿਹੜਾ ਕਿ ਇਹ ਜਿਹੜੀ ਫਾਰਮ ਤੇ ਉੱਪਰਲੀ ਇਹਨੂੰ ਆਪਾਂ ਕਹਿ ਦਿੰਦੇ ਆ ਸੈੱਟ ਬਿਲਡਰ ਫਾਰਮ, ਤੇ ਇਹ ਹੋਊਗੀ ਸੈੱਟ ਦੀ ਰੋਸਟਰ ਫਾਰਮ ਹੈ ਜਿਹੜੀ। ਤਾਂ ਇਹ ਸਾਰਾ ਕੀ ਹੋ ਗਿਆ? ਇੱਕ ਰਿਲੇਸ਼ਨ ਹੋ ਗਿਆ ਜਿਹੜਾ ਕਿ A ਸੈੱਟ ਤੋਂ B ਸੈੱਟ ਦੇ ਉੱਪਰ ਆਪਾਂ ਨੇ ਰਿਲੇਸ਼ਨ ਡਿਫਾਈਨ ਕੀਤਾ, ਤੇ ਇਹਨੂੰ ਆਪਾਂ ਐਵੇਂ ਲਿਖ ਸਕਦੇ ਹਾਂ। ਆਈ ਹੋਪ ਕਿ ਤੁਹਾਨੂੰ ਪਤਾ ਲੱਗ ਗਿਆ ਹੋਣਾ ਕਿ ਕਿਵੇਂ ਆਪਾਂ ਰਿਲੇਸ਼ਨ ਨੂੰ ਲਿਖ ਸਕਦੇ ਹਾਂ। ਐਵੇਂ ਆਪਾਂ ਇੱਕ ਹੋਰ ਰਿਲੇਸ਼ਨ ਲੈ ਕੇ ਦੇਖਦੇ ਹਾਂ। ਦੇਖੋ ਆਪਾਂ ਰਿਲੇਸ਼ਨ ਲਿਖਿਆ ਇੱਕ ਹੋਰ A, B। ਇਹਦੇ ਵਿੱਚ ਜਿਹੜਾ ਉਵੇਂ A ਹੈ ਉਹ ਕੈਪੀਟਲ A ਦੇ ਵਿੱਚੋਂ ਮਤਲਬ A ਸੈੱਟ ਦੇ ਵਿੱਚੋਂ ਲੈਣਾ ਆਪਾਂ ਨੇ, ਜਿਹੜਾ ਸਮਾਲ b ਆ ਉਹ ਕੈਪੀਟਲ B ਦੇ ਵਿੱਚੋਂ ਇਹਦੇ ਵਿੱਚੋਂ ਲੈਣਾ। ਤਾਂ ਰਿਲੇਸ਼ਨ ਇਹ ਹੈ ਵੀ A ਸ਼ੁੱਡ ਬੀ ਲੈਸ ਦੈਨ B, A B ਤੋਂ ਛੋਟਾ ਹੋਣਾ ਚਾਹੀਦਾ। ਤਾਂ ਆਪਾਂ ਲਿਖਣ ਦੀ ਕੋਸ਼ਿਸ਼ ਕਰਦੇ ਹਾਂ, ਤੁਸੀਂ ਆਪੇ ਸੋਚ ਕੇ ਦੇਖੋ ਨਾਲ ਨਾਲ। ਦੇਖੋ 1 ਹੈ ਜਿਹੜਾ 3 ਤੋਂ ਛੋਟਾ ਹੈ, ਹਾਂ ਛੋਟਾ ਹੈ। 1 ਹੈ ਜਿਹੜਾ 4 ਤੋਂ ਵੀ ਛੋਟਾ ਹੈ, ਸਹੀ ਹੈ। 2 ਉਹ ਵੀ 3 ਤੋਂ ਛੋਟਾ ਹੈ। 2 4 ਤੋਂ ਵੀ ਛੋਟਾ ਹੈ। 3 ਤੋਂ ਛੋਟਾ ਹੈ, ਨਹੀਂ 3 ਤੋਂ ਛੋਟਾ ਨਹੀਂ ਹੈਗਾ, ਤਾਂ ਕਰਕੇ ਆਪਾਂ ਨਹੀਂ ਲਿਖਾਂਗੇ। 3 ਹੈ ਜਿਹੜਾ that is less than 4, ਤਾਂ ਇਹ ਆਪਾਂ ਲਿਖ ਲਾਂਗੇ। ਤਾਂ ਇਹ ਸਾਰਾ ਆਪਣਾ ਰਿਲੇਸ਼ਨ ਮਿਲ ਗਿਆ ਆਪਾਂ ਨੂੰ, ਜਿਹੜਾ ਕਿ A is less than B ਵਾਲਾ ਰਿਲੇਸ਼ਨ ਹੈ। ਤਾਂ ਐਵੇਂ ਆਪਾਂ ਰਿਲੇਸ਼ਨ ਜਿਹੜੇ ਹੁੰਦੇ ਆ ਉਹ ਐਵੇਂ ਲਿਖੇ ਹੁੰਦੇ ਆ ਹਮੇਸ਼ਾ। ਜਦੋਂ ਕਦੇ 1,3 1,4 2,4 3,4 ਐਵੇਂ ਲਿਖਿਆ ਪਿਆ, ਇਹਦਾ ਮਤਲਬ ਇੱਕ ਰਿਲੇਸ਼ਨ ਹੈ। ਤੇ ਰਿਲੇਸ਼ਨ ਹੈਗਾ ਕਿਹਦਾ? 1 ਦਾ 3 ਨਾਲ ਰਿਲੇਸ਼ਨ ਹੈ, 1 ਦਾ 4 ਨਾਲ ਰਿਲੇਸ਼ਨ ਹੈ, 2 ਦਾ 4 ਨਾਲ ਹੈ, 3 ਦਾ 4 ਨਾਲ ਹੈ। ਤਾਂ ਜਦੋਂ ਵੀ ਕਦੇ ਰਿਲੇਸ਼ਨ ਲਿਖਣਾ ਆਪਾਂ, ਤਾਂ ਇਸ ਫਾਰਮ 'ਚ ਲਿਖਿਆ ਪਿਆ ਹੋਵੇ ਤਾਂ ਆਪਾਂ ਨੂੰ ਅਗਲਾ ਨੂੰ ਦੱਸਣ ਦੀ ਲੋੜ ਨਾ ਪਵੇ ਵੀ ਇਹ ਕੀ ਹੈ। ਆਪਾਂ ਸਮਝ ਲੈਣਾ ਵੀ 1,3 ਲਿਖਿਆ ਪਿਆ ਤਾਂ ਇਹਦਾ ਮਤਲਬ 1 ਦਾ 3 ਨਾਲ ਰਿਲੇਸ਼ਨ ਹੈਗਾ, ਤੇ 1,4 ਲਿਖਿਆ ਪਿਆ ਇਹਦਾ ਰਿਲੇਸ਼ਨ 1 ਦਾ 4 ਨਾਲ ਹੈਗਾ। ਇਹਨੂੰ ਲਿਖਣ ਦਾ ਇੱਕ ਹੋਰ ਤਰੀਕਾ ਕੀ ਹੈ? ਉਹ ਇਹ ਹੈ ਵੀ ਆਪਾਂ ਲਿਖ ਸਕਦੇ ਹਾਂ 1,3 ਬਿਲੋਂਗ ਟੂ R। ਇਹਦਾ ਵੀ ਸੇਮ ਮਤਲਬ ਹੈ ਵੀ 1 ਦਾ 3 ਨਾਲ ਰਿਲੇਸ਼ਨ ਹੈ। ਇਹਨੂੰ ਆਪਾਂ ਮੈਥਮੈਟੀਕਲ ਲੈਂਗੁਏਜ ਦੇ ਵਿੱਚ ਇਸ ਤਰੀਕੇ ਨਾਲ ਲਿਖ ਲੈਂਦੇ ਹਾਂ ਵੀ 1,3 ਬਿਲੋਂਗ ਟੂ R। ਇਹਦਾ ਮਤਲਬ ਹੈ 1 ਇਜ਼ ਰਿਲੇਟਡ ਟੂ 3। ਇਹ ਭੁੱਲਣਾ ਨਹੀਂ ਹੈਗਾ, ਇਹਨੂੰ ਆਪਾਂ ਬਹੁਤ ਜ਼ਿਆਦਾ ਯੂਜ਼ ਕਰਾਂਗੇ। ਹੁਣ ਬੱਚਿਓ ਦੇਖੋ, ਆਪਾਂ ਪੜ੍ਹਤਾ ਰਿਲੇਸ਼ਨ ਰੇ, ਤੇ ਫਿਰ ਆਪਾਂ ਕਾਰਟੀਜ਼ੀਅਨ ਪ੍ਰੋਡਕਟ ਵਿੱਚ ਕਿਉਂ ਸਿੱਖੀ ਹੈ, ਉਹਦਾ ਕੀ ਕਾਰਨ ਹੈ। ਦੇਖੋ ਧਿਆਨ ਨਾਲ ਇਹ ਰਿਲੇਸ਼ਨ ਨੂੰ ਦੇਖੋ ਤੇ ਇਹਨੂੰ ਦੋਨਾਂ ਨੂੰ, ਇਹ ਦੋਨੇ ਜੋ ਰਿਲੇਸ਼ਨ ਨੇ ਇਹ ਹਮੇਸ਼ਾ A ਕ੍ਰਾਸ B ਦਾ ਸਬਸੈਟ ਹੋਣਗੇ। ਦੁਬਾਰਾ ਦੇਖੋ, ਜਿਹੜਾ 1,3 ਹੈ ਦੇਖੋ ਇਹਦੇ ਵਿੱਚ ਪਿਆ ਕਿਤੇ, ਹਾਂ ਪਿਆ। 1,4 ਉਹਦੇ ਵਿੱਚ ਪਿਆ, ਹਾਂ ਪ੍ਰੈਜ਼ੈਂਟ ਹੈ। 2,4 ਵੀ ਪ੍ਰੈਜ਼ੈਂਟ ਹੈ, 3,4 ਵੀ ਪ੍ਰੈਜ਼ੈਂਟ ਹੈ, ਤਾਂ 2,4 ਸਾਰੇ ਪ੍ਰੈਜ਼ੈਂਟ ਨੇ। ਮਤਲਬ ਜਿਹੜਾ ਰਿਲੇਸ਼ਨ ਹੈ ਹਮੇਸ਼ਾ ਉਹਦਾ ਸਬਸੈਟ ਹੋਊਗਾ A ਕ੍ਰਾਸ B ਦਾ। ਉਸੇ ਤਰੀਕੇ ਨਾਲ ਦੇਖੋ ਆਪਾਂ ਹੋਰ ਇੱਕ ਰਿਲੇਸ਼ਨ ਬਣਾਇਆ ਸੀ 1,3 ਉਹਦਾ, ਹਾਂ ਉਹਦੇ ਵਿੱਚ ਪ੍ਰੈਜ਼ੈਂਟ ਹੈ, ਇਹ ਵੀ ਉਹਦੇ ਵਿੱਚ ਪ੍ਰੈਜ਼ੈਂਟ ਹੈ। ਇਹ ਸਾਰੇ ਐਲੀਮੈਂਟ ਇਸ A ਕ੍ਰਾਸ B ਦੇ ਵਿੱਚ ਪ੍ਰੈਜ਼ੈਂਟ ਨੇ। ਮਤਲਬ ਕੀ ਹੈ, ਜੋ ਵੀ ਰਿਲੇਸ਼ਨ ਹੁੰਦਾ ਹੈ ਉਹ ਹਮੇਸ਼ਾ A ਕ੍ਰਾਸ B ਦਾ ਮਤਲਬ ਕਾਰਟੀਜ਼ੀਅਨ ਪ੍ਰੋਡਕਟ ਦਾ ਸਬਸੈਟ ਹੁੰਦਾ ਹੈ। ਠੀਕ ਹੈ ਨਾ, ਤਾਂ ਇਹ ਹਮੇਸ਼ਾ A ਕ੍ਰਾਸ B ਦਾ ਸਬਸੈਟ ਹੁੰਦਾ ਹੈ। ਤਾਂ ਇੱਕ ਹੋਰ ਗੱਲ, ਪਹਿਲਾਂ ਤਾਂ ਆਪਾਂ ਡੈਫੀਨੇਸ਼ਨ ਪੜ੍ਹ ਲੈਂਦੇ ਹਾਂ, ਮੈਂ ਲਿਖ ਰੱਖੀ ਤੁਹਾਡੇ ਲਈ। ਰਿਲੇਸ਼ਨ ਕੀ ਹੁੰਦਾ?
प्रॉपर डेफिनेशन रिलेशन फ्रॉम ए टू बी, ये दोनों सैट लिखे ने मैंने, ए तो बी तक जे आप रिलेशन देखना होवे वो हमेशा की हुंदा ये सबसैट ऑफ ए क्रॉस बी, ਜਿਹੜੇ ਰਿਲੇਸ਼ਨ ਆਏ ਨੇ ਹਮੇਸ਼ਾ ਕੀ ਹੋਣਗੇ, these are subset of A cross B ਤੇ ਟੇਕਨ ਆਊਟ ਇਨ ਸਮ ਮੈਨਰ, ਕਿਸੇ ਨਾ ਕਿਸੇ ਤਰੀਕੇ ਨਾਲ ਕਿਸੇ ਨਾ ਕਿਸੇ ਰਿਲੇਸ਼ਨ ਦੇ ਵਿੱਚ ਇਹ ਆਪਸ 'ਚ ਬੱਝੇ ਹੋਣਗੇ, ਤਾਂ ਇਹ ਰਿਲੇਸ਼ਨ ਦੀ ਡੈਫੀਨੇਸ਼ਨ ਹੈ। ਇੱਕ ਹੋਰ ਇੱਥੇ ਮੈਂ ਤੁਹਾਨੂੰ ਛੋਟੀ ਜੀ ਗੱਲ ਦੱਸ ਦੇਣਾ ਚਾਹੁੰਦਾ, ਜਿਹੜਾ ਕਈ ਵਾਰ ਆਬਜੈਕਟਿਵ ਕੁਐਸਚਨ ਵੀ ਪੁੱਛਿਆ ਜਾਂਦਾ ਵੀ ਹੁਣ ਕਿੰਨੇ ਤਰ੍ਹਾਂ ਦੇ ਰਿਲੇਸ਼ਨ ਬਣ ਸਕਦੇ ਆ, ਜਿਵੇਂ ਇੱਕ ਮੈंने ਆਹ ਸੋਚ ਕੇ ਬਣਾ ਲਿਆ, ਇੱਕ ਇਹ ਬਣਾ ਲਿਆ, ਕੋਈ ਹੋਰ ਵੀ ਤੁਸੀਂ ਸੋਚ ਸਕਦੇ ਹੋ, ਕਿੰਨੇ ਰਿਲੇਸ਼ਨ ਬਣ ਸਕਦੇ ਆ ਡਿਫਰੈਂਟ ਐਵੇਂ ਦੇ। ਤਾਂ ਉਹਦਾ ਇੱਕ ਛੋਟਾ ਜਿਹਾ ਫਾਰਮੂਲਾ ਉਹ ਤੁਸੀਂ ਯਾਦ ਰੱਖਣਾ। ਮੰਨ ਲਓ A ਸੈੱਟ ਦੇ ਵਿੱਚ M ਐਲੀਮੈਂਟ ਨੇ, ਮੰਨ ਲਓ A ਸੈੱਟ ਦੇ ਵਿੱਚ M ਐਲੀਮੈਂਟ ਨੇ ਤੇ B ਸੈੱਟ ਦੇ ਵਿੱਚ N ਐਲੀਮੈਂਟ ਨੇ, ਤਾਂ ਜਿਹੜੇ ਨੰਬਰ ਆਫ ਰਿਲੇਸ਼ਨ ਹੋਣਗੇ ਉਹ 2 ਦੀ ਪਾਵਰ mn ਹੋਣਗੇ, 2 ਦੀ ਪਾਵਰ mn ਮਲਟੀਪਲਾਈ ਦੇ ਵਿੱਚ ਹੈ। ਠੀਕ ਹੈ, ਜਿਵੇਂ ਆਪਾਂ ਇੱਥੇ ਦੇਖੀਏ ਇੱਥੇ ਕਿੰਨੇ ਰਿਲੇਸ਼ਨ, ਜੇ ਕੋਈ ਕਹੇ ਵੀ ਇਹਦੇ ਵਿੱਚ ਕਿੰਨੇ ਰਿਲੇਸ਼ਨ ਪੋਸੀਬਲ ਨੇ, ਤਾਂ ਦੇਖੋ ਇਹਦੇ ਵਿੱਚ ਐਲੀਮੈਂਟ ਕਿੰਨੇ ਨੇ 1 2 3, ਇਹਦੇ ਵਿੱਚ ਕਿੰਨੇ ਨੇ 2, ਤਾਂ ਇਹ ਕਿੰਨੇ ਹੋ ਜਾਣਗੇ 2 3 ਨੇ, ਪਹਿਲੇ ਦੇ ਵਿੱਚ 2 ਨੇ, ਆ 2 ਐਜ਼ ਇਟ ਇਜ਼ ਰਹੂਗਾ, ਤਾਂ ਫਾਰਮੂਲੇ ਦੇ ਵਿੱਚ 3 2 ਜਾਂ 6, ਤਾਂ 2 ਦੀ ਪਾਵਰ 6 ਦੇਖੋ ਕਿੰਨੀ ਵੱਡੀ ਟਰਮ ਬਣ ਜੂ। ਇੰਨੇ ਰਿਲੇਸ਼ਨ ਪੋਸੀਬਲ ਹੋਣਗੇ ਮੈਕਸਿਮਮ ਇਸ A ਤੋਂ B ਦੇ ਸਬਸੈਟ, A ਤੋਂ B ਸੈੱਟ ਦੇ ਵਿੱਚ। ਤਾਂ ਇੱਥੇ ਤੱਕ ਮੈਂ ਇੱਕ ਵਾਰ ਰਿਪੀਟ ਕਰ ਦਿੰਨਾ ਵੀ ਜਿਹੜੀ ਗੱਲ ਆਪਾਂ ਇਸ ਪੇਜ ਤੇ ਕੀਤੀ ਇਹਨੂੰ ਆਪਾਂ ਪੇਜ ਨੰਬਰ 1 ਕਹਿ ਲੈਂਦੇ ਆ। ਰਿਲੇਸ਼ਨ ਹੁੰਦਾ ਹੈ ਕੋਈ ਵੀ ਰਿਸ਼ਤਾ, ਜਿਵੇਂ ਗ੍ਰੇਟਰ ਦੈਨ ਹੈ, ਲੈਸ ਦੈਨ ਹੈ, ਪਰਪੈਂਡੀਕੂਲਰ ਹੈ, ਇਹ ਸਾਰੇ ਰਿਲੇਸ਼ਨ ਨੇ। ਉਹਦੇ ਲਈ ਆਪਾਂ ਨੂੰ ਕਾਰਟੀਜ਼ੀਅਨ ਪ੍ਰੋਡਕਟ ਪਤਾ ਹੋਣੀ ਚਾਹੀਦੀ ਹੈ, A ਕ੍ਰਾਸ B ਨਾਲ ਡਿਨੋਟ ਕਰਦੇ ਆ, ਪਹਿਲਾ ਐਲੀਮੈਂਟ ਇਹਦਾ 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 ਐਵੇਂ ਆਪਾਂ ਲਿਖ ਲੈਂਦੇ ਆ। ਤਾਂ ਪਹਿਲੇ ਜਿਹੜੇ ਐਲੀਮੈਂਟਸ ਹੁੰਦੇ ਆ ਉਹ ਡੋਮੇਨ ਹੁੰਦੀ ਹੈ ਤੇ ਦੂਜੇ ਜਿਹੜੇ ਪਏ ਹੁੰਦੇ ਆ ਉਹ ਰੇਂਜ ਹੁੰਦੀ ਹੈ। ਤੇ ਜੇ ਕੋਈ ਵੀ ਆਪਾਂ ਨੂੰ ਰਿਲੇਸ਼ਨ ਡਿਫਾਈਨਡ ਕਰਨਾ ਹੋਵੇ, ਜਿਵੇਂ A B ਦਾ ਫੈਕਟਰ ਹੈ, ਤਾਂ ਇਹ ਲਿਖਣ ਦਾ ਤਰੀਕਾ ਮੈਂ ਪਹਿਲਾਂ ਦੱਸਤਾ ਚੰਗੀ ਤਰ੍ਹਾਂ, ਤੁਸੀਂ ਇਹਨੂੰ ਸਮਝੇ ਬਿਨਾਂ ਅੱਗੇ ਨਹੀਂ ਵਧਣਾ। ਠੀਕ ਹੈ, ਤੇ ਰਿਲੇਸ਼ਨ ਜਿਹੜਾ ਹੁੰਦਾ ਹਮੇਸ਼ਾ ਉਹ A ਕ੍ਰਾਸ B ਦਾ ਸਬਸੈਟ ਹੁੰਦਾ। ਤਾਂ ਇੱਥੇ ਤੱਕ ਆਪਾਂ ਗੱਲ ਸਮਝ ਲਈ, ਰਿਲੇਸ਼ਨ ਦੀ ਆ ਡੈਫੀਨੇਸ਼ਨ ਵੀ ਤੁਹਾਨੂੰ ਸਮਝ ਆ ਗਈ ਹੋਣੀ ਹੈ, ਤੇ ਨੰਬਰ ਆਫ ਰਿਲੇਸ਼ਨ ਕਿੰਨੇ ਹੁੰਦੇ ਆ ਇਹ ਵੀ ਤੁਸੀਂ ਯਾਦ ਰੱਖ ਲੈਣਾ। ਤਾਂ ਬਿਨਾਂ ਸਮਝੇ ਕਦੇ ਵੀ ਅੱਗੇ ਨਹੀਂ ਵਧਣਾ, ਜਿੰਨੀ ਗੱਲ ਸਮਝ ਆਵੇ ਉਦੋਂ ਬਾਅਦ, ਨਹੀਂ ਤਾਂ ਫਿਰ ਅਗਲੀਆਂ ਗੱਲਾਂ ਵੀ ਪਤਾ ਨਹੀਂ ਲੱਗਣਗੀਆਂ। ਹੁਣ ਆਪਾਂ ਗੱਲ ਕਰਦੇ ਹਾਂ ਕਿ ਰਿਲੇਸ਼ਨਸ ਦੀਆਂ ਜੋ ਟਾਈਪਸ ਆਪਣੀ ਬੁੱਕ ਦੇ ਵਿੱਚ ਵੀ ਦਿੱਤੀਆਂ ਹੋਈਆਂ ਨੇ, ਤਾਂ ਉਹਨਾਂ ਦੀ ਗੱਲ ਕਰਦੇ ਹਾਂ। ਉਹਨਾਂ ਦੇ ਨਾਲ ਦੇ ਵਾਲੇ ਜ਼ਿਆਦਾ ਕੋਈ ਕੁਐਸਚਨ ਨਹੀਂ ਆਉਂਦੇ, ਪਰ ਆਪਾਂ ਨੂੰ ਉਹ ਬੇਸਿਕ ਗੱਲ ਜ਼ਰੂਰ ਸਮਝ ਆਉਣੀ ਚਾਹੀਦੀ ਆ। ਤਾਂ ਦੇਖੋ ਟਾਈਪਸ ਆਫ ਰਿਲੇਸ਼ਨਸ, ਟਾਈਪ ਜਿਹੜੀਆਂ ਹੈਗੀਆਂ ਨੇ ਆਪਣੀ ਬੁੱਕ ਦੇ ਵਿੱਚ ਪਹਿਲਾਂ 4 ਤਰ੍ਹਾਂ ਦੀਆਂ ਦਿੱਤੀਆਂ ਹੋਈਆਂ ਨੇ। ਐਮਪਟੀ ਰਿਲੇਸ਼ਨ ਹੋ ਸਕਦਾ ਕੋਈ, ਯੂਨੀਵਰਸਲ ਰਿਲੇਸ਼ਨ ਹੋ ਸਕਦਾ ਹੈ, ਆਇਡੈਂਟੀਟੀ ਰਿਲੇਸ਼ਨ ਹੋ ਸਕਦਾ ਹੈ, ਜਾਂ ਇਨਵਰਸ ਰਿਲੇਸ਼ਨ ਹੋ ਸਕਦਾ ਹੈ। ਤਾਂ ਇਹ ਕੀ ਨੇ ਡੈਫੀਨੇਸ਼ਨਸ ਇਹਨਾਂ ਦੀਆਂ ਤੇ ਕੀ ਹੁੰਦੇ ਨੇ, ਆਪਾਂ 1 ਬਾਏ 1 ਗੱਲ ਕਰਦੇ ਹਾਂ। ਪਹਿਲਾਂ ਗੱਲ ਕਰਦੇ ਹਾਂ ਐਮਪਟੀ ਰਿਲੇਸ਼ਨ ਕੀ ਹੁੰਦਾ ਹੈ। ਐਮਪਟੀ ਨਾਮ ਤੋਂ ਹੀ ਕਲੀਅਰ ਹੈ, ਖਾਲੀ। ਤਾਂ ਇਹ ਰਿਲੇਸ਼ਨ ਮੈਂ ਤੁਹਾਨੂੰ 2 ਐਗਜ਼ਾਮਪਲਸ ਨਾਲ ਸਮਝਾਉਣਾ। ਪਹਿਲਾਂ ਤਾਂ ਨਾਰਮਲ ਲਾਈਫ ਦੇ ਵਿੱਚ ਜੋ ਐਗਜ਼ਾਮਪਲ ਆਪਾਂ ਯੂਜ਼ ਕਰਦੇ ਹਾਂ, ਫਿਰ ਉਸ ਤੋਂ ਬਾਅਦ ਮੈਥਮੈਟੀਕਲ ਐਗਜ਼ਾਮਪਲ ਨਾਲ। ਤਾਂ ਪਹਿਲਾਂ ਨਾਰਮਲ ਲਾਈਫ ਦੇ ਵਿੱਚ ਕਿਵੇਂ ਐਮਪਟੀ ਰਿਲੇਸ਼ਨ ਦੀ ਗੱਲ ਕਰ ਰਹੇ ਹਾਂ। ਮੰਨ ਲਓ ਵੀ ਇੱਕ ਗਰਲ ਸਕੂਲ ਹੈ, ਸਿਰਫ ਗਰਲ ਸਕੂਲ ਹੈ, ਤੇ ਉੱਥੇ ਕੀ ਹੈ ਵੀ ਆਪਾਂ 2 ਸਟੂਡੈਂਟ ਚੂਜ਼ ਕਰੇ ਨੇ, ਤੇ ਉਹ ਤੁਸੀਂ 2 ਸਟੂਡੈਂਟ ਲੱਭਣੇ ਨੇ ਸਿਰਫ ਸਟੂਡੈਂਟਸ ਦੇ ਵਿੱਚੋਂ। ਰਿਲੇਸ਼ਨ ਮੈਂ ਤੁਹਾਨੂੰ ਦੱਸਣ ਲੱਗਿਆ, ਰਿਲੇਸ਼ਨ ਹੈਗਾ 1 ਇਜ਼ ਬ੍ਰਦਰ ਆਫ ਅਦਰ। ਹੁਣ ਤੁਸੀਂ ਸੋਚੋ ਵੀ ਕੀ ਇਹ ਪੋਸੀਬਲ ਹੈਗਾ ਵੀ ਤੁਸੀਂ ਇੱਕ ਗਰਲ ਸਕੂਲ ਦੇ ਵਿੱਚ ਖੜੇ ਹੋ, 2 ਸਟੂਡੈਂਟ ਐਵੇਂ ਦੇ ਲੱਭ ਸਕਦੇ ਹੋ ਜਿਨ੍ਹਾਂ ਦੇ ਵਿੱਚ ਇੱਕ ਦਾ ਦੂਜੇ ਨਾਲ ਰਿਲੇਸ਼ਨ ਇਹ ਹੈ ਵੀ ਇੱਕ ਦੂਜੇ ਦਾ ਬ੍ਰਦਰ ਹੈ? ਨਹੀਂ ਪੋਸੀਬਲ ਹੈਗਾ, ਕਿਉਂਕਿ ਗਰਲ ਸਕੂਲ ਦੇ ਵਿੱਚ ਤਾਂ ਕੋਈ ਬॉय ਹੋਣਾ ਨਹੀਂ, ਤਾਂ ਬ੍ਰਦਰ ਕਿਵੇਂ ਹੋਊਗਾ, ਹਨਾ। ਤਾਂ ਜਿਹੜਾ ਜੇ ਮੈਂ ਤੁਹਾਨੂੰ ਕਹਾਂ ਵੀ ਇਸ ਬ੍ਰਦਰ ਆਫ ਰਿਲੇਸ਼ਨ ਦੇ ਵਿੱਚ ਐਲੀਮੈਂਟ ਲਿਖੋ, ਤਾਂ ਤੁਸੀਂ ਕੀ ਕਹੋਗੇ ਕਿ ਇਹ ਰਿਲੇਸ਼ਨ ਹੈ ਜਿਹੜਾ ਇਹ ਐਮਪਟੀ ਰਿਲੇਸ਼ਨ ਹੈ, ਕੋਈ ਵੀ ਐਵੇਂ ਦਾ ਬੱਚਾ ਨਹੀਂ ਹੈਗਾ ਜਿਹੜਾ ਤਾਂ ਇੱਕ ਦੂਜੇ ਨਾਲ ਇਹ ਰਿਲੇਸ਼ਨ ਐਗਜ਼ਿਸਟ ਕਰਦਾ ਹੋਵੇ, ਜਿਹੜਾ ਐਵੇਂ ਇੱਕ ਦੂਜੇ ਨਾਲ ਰਿਲੇਟਡ ਹੋਵੇ। ਸਮਝ ਗਏ? ਤਾਂ ਐਵੇਂ ਦੇ ਰਿਲੇਸ਼ਨ ਨੂੰ ਐਮਪਟੀ ਰਿਲੇਸ਼ਨ ਕਹਿੰਦੇ ਆ। ਹੁਣ ਮੈਂ ਤੁਹਾਨੂੰ ਮੈਥਮੈਟੀਕਲ ਐਗਜ਼ਾਮਪਲ ਨਾਲ ਸਮਝਾਉਣ ਲੱਗਿਆ। ਦੇਖੋ मैंने 2 ਸੈੱਟ ਲੈ ਲਏ, ਇੱਕ A ਸੈੱਟ ਹੈ ਜਿਹੜਾ ਕਿ 1 2 3 ਹੈ, ਤੇ ਇੱਕ B ਸੈੱਟ ਹੈ ਜਿਹੜਾ ਕਿ 3 4 ਹੈ। ਪਹਿਲਾਂ ਵਾਲੀ ਐਗਜ਼ਾਮਪਲ ਲੈ ਲਈ। ਰਿਲੇਸ਼ਨ ਮੈਂ ਲੈਤਾ A, B, ਸਮ ਆਫ A ਐਂਡ B ਇਜ਼ ਮੋਰ ਦੈਨ 10। A ਚੋਂ ਹੋਣਾ ਚਾਹੀਦਾ, B ਚੋਂ ਹੋਣਾ ਚਾਹੀਦਾ। ਤਾਂ ਹੁਣ ਤੁਸੀਂ ਦੱਸੋ, ਸੋਚੋ
ਵੀ ਕੀ ਇਹਦੇ ਵਿੱਚੋਂ ਆਪਾਂ ਐਵੇਂ ਦਾ ਰਿਲੇਸ਼ਨ ਲਿਖ ਸਕਦੇ ਹਾਂ। ਦੇਖੋ ਮੈਂ ਲਿਖਣ ਲੱਗਿਆ ਰਿਲੇਸ਼ਨ, ਇਹਦੇ ਵਿੱਚ ਕਿਹੜਾ ਐਲੀਮੈਂਟ ਆਊ, ਦੋਨਾਂ ਦਾ ਜਿਹੜਾ ਸਮ A ਤੇ B ਦਾ ਉਹ 10 ਤੋਂ ਵੱਡਾ ਹੋਣਾ ਚਾਹੀਦਾ। ਦੇਖੋ 1 ਤੇ 3 ਐਡ ਕਰਿਆ 4, 1 ਤੇ 4 5, 2 ਤੇ 3 ਐਡ ਕਰਿਆ 3 ਤੇ 7, ਮਤਲਬ ਸਾਰੇ ਨੰਬਰ ਐਡ ਕਰਕੇ ਤੁਸੀਂ ਦੇਖੋ ਵੀ 10 ਤੋਂ ਵੱਡਾ ਨਹੀਂ ਆ ਰਿਹਾ। ਤਾਂ ਕੋਈ ਐਵੇਂ ਦੇ ਇਹਦੇ ਵਿੱਚ ਐਲੀਮੈਂਟ ਹੈਗੇ ਨੇ ਜਿਹੜੇ ਇਸ ਰਿਲੇਸ਼ਨ ਨੂੰ ਓਬੇ ਕਰ ਰਹੇ ਨੇ ਜਾਂ ਫੁੱਲਫਿਲ ਕਰ ਰਹੇ ਨੇ? ਨਹੀਂ, ਕਿਉਂਕਿ ਕੋਈ ਵੀ ਐਵੇਂ ਦੇ ਨੰਬਰ ਨਹੀਂ ਹੈਗੇ ਜਿਨ੍ਹਾਂ ਨੂੰ ਐਡ ਕਰਕੇ 10 ਤੋਂ ਵੱਡਾ ਆ ਜੇ। ਤਾਂ ਇਹ ਜਿਹੜਾ ਹੈਗਾ ਇਹ ਵੀ ਆਰ ਇਜ਼ ਐਮਪਟੀ ਰਿਲੇਸ਼ਨ। ਤਾਂ ਇਹ ਐਮਪਟੀ ਰਿਲੇਸ਼ਨ ਹੈ, ਸਮਝ ਗਏ? ਤਾਂ ਐਵੇਂ ਤੁਸੀਂ ਇਹ ਦੋਨੇ ਤਰ੍ਹਾਂ ਦੀ ਮੈਂ ਐਗਜ਼ਾਮਪਲ ਸਮਝਾਤੀ, ਇੱਕ ਨਾਰਮਲ ਲਾਈਫ ਦੀ, ਇੱਕ ਮੈਥਮੈਟੀਕਲ ਐਗਜ਼ਾਮਪਲ। ਅਗਲੀ ਗੱਲ ਕਰਨ ਲੱਗੇ ਆਪਾਂ ਯੂਨੀਵਰਸਲ ਰਿਲੇਸ਼ਨ ਕੀ ਹੁੰਦਾ। ਯੂਨੀਵਰਸਲ ਰਿਲੇਸ਼ਨ ਨਾਮ ਤੋਂ ਹੀ ਪਤਾ ਲੱਗ ਰਿਹਾ ਜਿਹੜਾ ਜਿੰਨੇ ਵੀ ਐਲੀਮੈਂਟ ਹੋਣ ਉਹ ਸਾਰੇ ਦੇ ਸਾਰੇ ਉਸ ਰਿਲੇਸ਼ਨ ਨੂੰ ਫੋਲੋ ਕਰਦੇ ਹੋਣ। ਜਿਵੇਂ ਮੈਂ ਪਹਿਲਾਂ ਤਾਂ ਉਵੇਂ ਇੱਕ ਨਾਰਮਲ ਲਾਈਫ ਦੇ ਵਿੱਚੋਂ ਆਪਾਂ ਐਗਜ਼ਾਮਪਲ ਲੈਂਦੇ ਹਾਂ, ਜਿਵੇਂ ਕਿ ਕੋਈ ਐਗਜ਼ਾਮਪਲ ਆਪਾਂ ਸੋਚਦੇ ਹਾਂ, ਜਿਵੇਂ ਮੈਂ ਤੁਹਾਨੂੰ ਰਿਲੇਸ਼ਨ ਦੱਸਣ ਲੱਗਿਆ ਪੂਰੀ ਦੁਨੀਆ ਦੇ, ਤੁਸੀਂ ਜੋ ਹਿਊਮਨ ਬੀਇੰਗਸ ਨੇ ਉਹਨਾਂ ਦੇ ਉੱਪਰ ਅਪਲਾਈ ਕਰਕੇ ਦੇਖਣਾ। ਉਹ ਇਹ ਹੈ ਵੀ ਦੋ ਬੰਦਿਆਂ ਦੇ ਵਿੱਚ ਜਾਂ ਦੋ ਮਤਲਬ ਕਿਸੇ ਵੀ ਹਿਊਮਨ ਬੀਇੰਗਸ ਦੇ ਵਿੱਚ ਇਹ ਰਿਲੇਸ਼ਨ ਸੋਚਣਾ ਕਿ ਦੋਨਾਂ ਦੀ ਜਿਹੜਾ ਹਾਈਟ ਦਾ ਗੈਪ ਹੈ ਉਹ ਲੈਸ ਦੈਨ 10 ਫੁੱਟ ਹੋਣਾ ਚਾਹੀਦਾ। ਮਤਲਬ ਦੋਨਾਂ ਦੀ ਹਾਈਟ ਦੇ ਵਿੱਚ ਜਿਹੜਾ ਗੈਪ ਹੈ ਉਹ 10 ਫੁੱਟ ਤੋਂ ਘੱਟ ਹੋਣਾ ਚਾਹੀਦਾ। ਤੁਸੀਂ ਸੋਚੋ ਵੀ ਕੋਈ ਮਰਜ਼ੀ ਦੋ ਐਗਜ਼ਾਮਪਲਾਂ ਆਪਣੇ ਦਿਮਾਗ 'ਚ ਲਿਆਓ, ਦੋ ਇਨਸਾਨ ਤੁਹਾਡੇ ਜੋ ਸਾਹਮਣੇ ਨੇ, ਕੀ ਉਹਨਾਂ ਦੀ ਹਾਈਟ ਦੇ ਵਿੱਚ ਜਿਹੜਾ ਗੈਪ ਹੈ ਉਹ 10 ਫੀਟ ਤੋਂ ਘੱਟ ਹੈ? ਹਾਂ, ਓਬਵੀਅਸਲੀ ਕੋਈ ਵੀ ਦੁਨੀਆ ਦੇ ਵਿੱਚ ਨਹੀਂ ਹੈ ਐਵੇਂ ਦਾ ਹੈਗਾ ਜਿਨ੍ਹਾਂ ਦੀ ਦੋ ਬੰਦਿਆਂ ਦੀ ਆਪਾਂ ਹਾਈਟ ਦੇਖੀਏ ਵੀ ਇੱਕ ਦੀ 2 ਫੁੱਟ ਹੋਵੇ ਦੂਜੇ ਦੀ 12 ਫੁੱਟ ਹੋਵੇ, ਇਹ ਤਾਂ ਪੋਸੀਬਲ ਨਹੀਂ ਹੈਗਾ। ਤਾਂ ਜਿੰਨੇ ਵੀ ਹਿਊਮਨ ਬੀਇੰਗਸ ਨੇ ਸਾਰੇ ਹਿਊਮਨ ਬੀਇੰਗਸ ਇਸ ਰਿਲੇਸ਼ਨ ਨੂੰ ਫੋਲੋ ਕਰਦੇ ਨੇ ਕਿਉਂਕਿ ਉਹਨਾਂ ਦੀ ਹਾਈਟ ਦੇ ਵਿੱਚ ਜਿਹੜਾ ਗੈਪ ਹੈ ਉਹ 10 ਫੁੱਟ ਤੋਂ ਘੱਟ ਹੈ। ਤਾਂ ਐਵੇਂ ਦੇ ਕੋਈ ਵੀ ਰਿਲੇਸ਼ਨ ਹੋ ਸਕਦਾ, ਤੁਸੀਂ ਹੋਰ ਵੀ ਕੁਝ ਸੋਚ ਸਕਦੇ ਹੋ। ਤਾਂ ਹੁਣ ਆਪਾਂ ਇੱਕ ਉਵੇਂ ਮੈਥਮੈਟੀਕਲ ਰਿਲੇਸ਼ਨ ਲੈਣ ਲੱਗੇ ਹਾਂ। ਉਹੀ ਸੈੱਟ ਆਪਾਂ ਪਹਿਲਾਂ ਵਾਲੇ ਕੰਸੀਡਰ ਕਰਦੇ ਹਾਂ, A ਤੇ B ਮੰਨ ਲਓ ਸੈੱਟ ਨੇ, ਇਹਨਾਂ ਦੇ ਵਿੱਚ ਆਪਾਂ ਰਿਲੇਸ਼ਨ ਪਹਿਲਾਂ ਨਾਲ ਮਿਲਦਾ ਜੁਲਦਾ ਲੈ ਲੈਂਦੇ ਹਾਂ। ਮੰਨ ਲਓ ਉਵੇਂ ਆਪਾਂ R ਲੈ ਲੈਂਦੇ ਹਾਂ। ਦੇਖੋ R ਆਪਾਂ ਲੈ ਲਿਆ, A, B, ਸਮ ਆਫ A ਐਂਡ B ਇਜ਼ ਲੈਸ ਦੈਨ 10। ਹੁਣ ਤੁਸੀਂ ਦੱਸੋ ਦੋ ਨੰਬਰਾਂ ਦਾ ਸਮ 10 ਤੋਂ ਛੋਟਾ ਹੋਵੇ, 1 ਤੇ 3 10 ਤੋਂ ਛੋਟੇ ਨੇ, 1 ਤੇ 4 ਦਾ ਸਮ ਵੀ 10 ਤੋਂ ਛੋਟਾ, 2 ਤੇ 3 ਦਾ ਵੀ, 2 ਤੇ 4 ਦਾ ਵੀ, 3 ਤੇ 3 ਦਾ, ਸਾਰੇ ਨੰਬਰਸ ਦਾ ਸਮ ਮਤਲਬ ਜੇ ਆਪਾਂ ਇੱਕ A ਚੋਂ ਐਲੀਮੈਂਟ ਲਈਏ, K ਚੋਂ ਹਰੇਕ ਦਾ ਸਮ 10 ਤੋਂ ਛੋਟਾ ਆ ਰਿਹਾ, ਤਾਂ ਸਾਰੇ ਦੇ ਸਾਰੇ ਐਲੀਮੈਂਟ ਹੀ ਇਸ ਰਿਲੇਸ਼ਨ ਨੂੰ ਓਬੇ ਕਰ ਰਹੇ ਨੇ। ਤਾਂ ਇਹ ਜਿਹੜਾ ਰਿਲੇਸ਼ਨ ਹੈ ਦਿਸ ਇਜ਼ ਯੂਨੀਵਰਸਲ ਰਿਲੇਸ਼ਨ। ਠੀਕ ਹੈ, ਤਾਂ ਅੱਗੇ ਵਧਦੇ ਆਪਾਂ ਆਇਡੈਂਟੀਟੀ ਰਿਲੇਸ਼ਨ ਕੀ ਹੁੰਦਾ। ਆਇਡੈਂਟੀਟੀ ਨਾਮ ਤੋਂ ਥੋੜੀ ਗੱਲ ਪਤਾ ਲੱਗਦੀ ਆ। ਆਇਡੈਂਟੀਟੀ ਦਾ ਮਤਲਬ ਹੁੰਦਾ ਆਪਣੀ ਪਛਾਣ, ਹਨਾ। ਤਾਂ ਇਹ ਕੋਈ ਜ਼ਿਆਦਾ ਇਹਦੇ ਵਿੱਚ ਡਿਟੇਲ 'ਚ ਜਾਣ ਦੀ ਲੋੜ ਨਹੀਂ। ਰਿਲੇਸ਼ਨ ਉਹ ਜਿਹੜਾ ਆਪਣਾ ਆਪਣੇ ਆਪ ਨਾਲ ਹੋਵੇ, ਜਿਵੇਂ 1 ਦਾ 1 ਨਾਲ ਹੋਵੇ, 2 ਦਾ 2, ਉੱਪਰਲੀ ਐਗਜ਼ਾਮਪਲ ਨਹੀਂ ਇਹਦੇ ਵਿੱਚ ਆਪਾਂ ਕੰਸੀਡਰ ਕਰ ਰਹੇ, 3 ਦਾ 3 ਨਾਲ ਹੋਵੇ। ਮੰਨ ਲਓ ਕਿਸੇ ਦਾ ਕੋਈ ਐਵੇਂ ਦਾ ਰਿਲੇਸ਼ਨ ਹੋਵੇ ਵੀ 1 ਦਾ 1 ਨਾਲ ਆ, 2 ਦਾ 2 ਨਾਲ ਆ, 3 ਦਾ 3 ਨਾਲ ਆ, ਐਵੇਂ ਆਪਣਾ ਆਪਣੇ ਆਪ ਨਾਲ ਰਿਲੇਸ਼ਨ ਹੋਵੇ, ਉਹਨੂੰ ਆਇਡੈਂਟੀਟੀ ਰਿਲੇਸ਼ਨ ਕਹਿੰਦੇ ਆ। ਠੀਕ ਹੈ, ਤਾਂ ਇਹ ਹਜੇ ਥੋੜੀ ਜਿਹੀ ਆਪਾਂ ਗੱਲ ਪੈਂਡਿੰਗ ਰੱਖਦੇ ਹਾਂ, ਇੱਕ ਗੱਲ ਇਹਦੀ ਅੱਗੇ ਜਾ ਕੇ ਆਪਾਂ ਕਲੀਅਰ ਕਰਾਂਗੇ। ਆਇਡੈਂਟੀਟੀ ਰਿਲੇਸ਼ਨ ਵਾਲਾ ਬਸ ਸਮਝਣ ਦੀ ਕੋਈ ਵੱਡੀ ਗੱਲ ਨਹੀਂ ਹੈਗੀ, ਸਿੰਪਲ ਜੀ ਗੱਲ ਹੈ ਵੀ ਆਪਣਾ ਆਪਣੇ ਆਪ ਨਾਲ 1 ਦਾ 1 ਨਾਲ, 2 ਦਾ 2 ਨਾਲ ਰਿਲੇਸ਼ਨ ਜੇ ਹੈਗਾ ਆਇਡੈਂਟੀਟੀ ਰਿਲੇਸ਼ਨ ਉਹਨੂੰ ਕਹਿ ਦਿੰਦੇ ਆ। ਠੀਕ ਹੈ ਨਾ, ਬਾਕੀ ਇਹਨੂੰ ਆਪਾਂ ਇੱਕ ਗੱਲ ਪੈਂਡਿੰਗ ਰੱਖ ਰਹੇ ਹਾਂ, ਉਹ ਅੱਗੇ ਜਾ ਕੇ ਆਪਾਂ ਸਮਝਾਂਗੇ। ਅਗਲੀ ਚੀਜ਼ ਆ ਇਨਵਰਸ ਰਿਲੇਸ਼ਨ। ਇਨਵਰਸ ਨਾਮ ਤੋਂ ਪਤਾ ਲੱਗ ਰਿਹਾ ਇਨਵਰਸ ਰਿਲੇਸ਼ਨ। ਇਹ ਵੀ ਆਪਾਂ ਪਹਿਲਾਂ ਇੱਕ ਨਾਰਮਲ ਲਾਈਫ ਦੀ ਐਗਜ਼ਾਮਪਲ ਲੈਂਦੇ ਹਾਂ, ਜਿਵੇਂ ਕਿ ਕੋਈ ਵੀ ਆਪਾਂ ਰਿਲੇਸ਼ਨ ਲੈਂਦੇ ਹਾਂ, ਜਿਵੇਂ ਆਪਣਾ ਆਪਣੇ ਪਾਪਾ ਨਾਲ ਜਿਹੜਾ ਰਿਲੇਸ਼ਨ ਹੈ, ਆਪਾਂ ਕੀ ਕਹਾਂਗੇ, ਉਹ ਮੇਰੇ ਫਾਦਰ ਨੇ। ਤਾਂ ਇਹਦਾ ਇਨਵਰਸ ਰਿਲੇਸ਼ਨ ਕੀ ਹੋ ਗਿਆ, ਮੈਂ ਉਹਨਾਂ ਦਾ ਬੇਟਾ, ਤਾਂ ਫਾਦਰ ਤੇ ਉਲਟੇ ਦਾ ਕੀ ਹੋ ਗਿਆ, ਬੇਟਾ। ਤਾਂ ਇਹ ਕੀ ਹੋ ਗਿਆ, ਇਨਵਰਸ ਰਿਲੇਸ਼ਨ ਹੋ ਗਿਆ। ਜੇ ਆਪਾਂ ਮੈਥ ਦੇ ਵਿੱਚ ਗੱਲ ਕਰੀਏ, ਦੇਖੋ ਜਿਵੇਂ ਇਹ ਹੈ 4 ਇਜ਼ ਗ੍ਰੇਟਰ ਦੈਨ 3, ਇਜ਼ ਗ੍ਰੇਟਰ ਦੈਨ ਕੀ ਹੋ ਗਿਆ ਰਿਲੇਸ਼ਨ, 4 ਹੈ ਜਿਹੜਾ 3 ਤੋਂ ਵੱਡਾ। ਤਾਂ ਇਹਦਾ ਇਨਵਰਸ ਸੋਚ ਕੇ ਦੇਖੋ ਕੀ ਹੋ ਜਾਊਗਾ, 3 ਇਜ਼ ਸਮਾਲਰ ਦੈਨ 4। ਠੀਕ ਹੈ ਨਾ, ਤਾਂ ਇਹ ਸਮਾਲਰ ਦੈਨ ਕੀ ਹੋ ਗਿਆ ਇਹਦਾ ਇਨਵਰਸ।
ਮੈਨੂੰ ਲੱਗਦਾ ਵੀ ਤੁਹਾਨੂੰ ਕਲੀਅਰ ਹੋ ਗਏ ਹੋਣਗੀਆਂ ਜਿਹੜੀਆਂ ਸਿੰਪਲ ਜੀਆਂ ਟਾਈਪਸ ਨੇ। ਐਮਪਟੀ ਮਤਲਬ ਯੂਨੀਵਰਸਲ, ਆਇਡੈਂਟੀਟੀ, ਇਨਵਰਸ। ਤਾਂ ਇਹ ਸਾਰੀਆਂ ਚੀਜ਼ਾਂ ਤੁਸੀਂ ਸਮਝ ਲੈਣੀਆਂ ਨੇ। ਇਹਦੇ ਨਾਲ ਦੇ ਕੋਈ ਬਹੁਤੇ ਜ਼ਿਆਦਾ ਕੁਐਸਚਨ ਨਹੀਂ ਆਪਾਂ ਨੂੰ ਮਿਲਣ ਲੱਗੇ। ਤਾਂ ਇਹ ਬੇਸਿਕ ਜੀਆਂ ਟਾਈਪਸ ਸੀਗੀਆਂ, ਇੱਥੇ ਤੱਕ ਆਪਾਂ ਇਹ ਟਾਈਪਸ ਸਮਝ ਲਈਆਂ। ਹੁਣ ਆਪਾਂ ਜੋ ਸਭ ਤੋਂ ਇੰਪੋਰਟੈਂਟ ਕੰਮ ਹੈ ਇਸ ਐਕਸਰਸਾਈਜ਼ ਦਾ ਉਹ ਸ਼ੁਰੂ ਕਰਨ ਜਾ ਰਹੇ ਹਾਂ। ਹੋਰ ਵੀ ਆਪਾਂ ਇੱਕ ਤਰੀਕਾ ਜਿਹਦੇ ਨਾਲ ਆਪਾਂ, ਕਿਉਂਕਿ ਰਿਲੇਸ਼ਨ ਦੇ ਜਿਹੜੇ ਤੁਹਾਨੂੰ ਨੰਬਰ ਦੱਸੇ ਸੀਗੇ, ਦੇਖੋ ਉਹ ਫਾਰਮੂਲਾ ਸੀਗਾ 2 ਦੀ ਪਾਵਰ mn। ਤਾਂ ਬਹੁਤ ਜ਼ਿਆਦਾ ਨੰਬਰਸ ਦੇ ਵਿੱਚ ਰਿਲੇਸ਼ਨਸ ਬਣ ਜਾਂਦੇ ਆ। ਤਾਂ ਸਾਰਿਆਂ ਦੀ ਗੱਲ ਨਹੀਂ ਆਪਾਂ ਕਰਦੇ, ਆਪਾਂ ਕੁਛ ਕੁ ਜਿਹੜੀਆਂ ਟਾਈਪਸ ਨੇ ਉਹਨਾਂ ਦੀ ਗੱਲ ਕਰਦੇ ਹੁੰਦੇ ਆ, ਤੇ ਉਹਦੇ ਨਾਲ ਰਿਲੇਟਡ ਹੀ ਆਪਾਂ ਨੂੰ ਪੇਪਰ ਦੇ ਵਿੱਚ ਕੁਐਸਚਨ ਆਉਂਦਾ ਹੁੰਦਾ। ਤਾਂ ਉਹਦੀ ਗੱਲ ਆਪਾਂ ਕਰਨ ਲੱਗੇ ਆ। ਉਹ ਮੇਨ 3 ਟਾਈਪਸ ਨੇ। ਰਿਲੇਸ਼ਨ ਰਿਫਲੈਕਸਿਵ ਹੋ ਸਕਦਾ, ਸਿਮੈਟ੍ਰਿਕ, ਟ੍ਰਾਂਜ਼ਿਟਿਵ। ਪਹਿਲਾਂ ਸਭ ਤੋਂ ਇਹ ਮੇਨ 3 ਚੀਜ਼ਾਂ ਨੇ। ਰਿਫਲੈਕਸਿਵ ਕੀ ਹੁੰਦਾ ਹੈ? ਕਦੋਂ ਕਿਸੇ ਰਿਲੇਸ਼ਨ ਨੂੰ ਕਹਿ ਸਕਦੇ ਆ ਵੀ ਉਹ ਰਿਫਲੈਕਸਿਵ ਹੈ? ਰਿਲੇਸ਼ਨ ਇਜ਼ ਰਿਫਲੈਕਸਿਵ ਇਫ A is related with A for all elements। ਕਿਸੇ ਰਿਲੇਸ਼ਨ ਨੂੰ ਰਿਫਲੈਕਸਿਵ ਤਾਂ ਕਹਿ ਸਕਦੇ ਆ ਵੀ ਜਦੋਂ A ਦਾ ਰਿਲੇਸ਼ਨ A ਨਾਲੇ ਹੋਵੇ ਤੇ ਸਾਰੇ ਐਲੀਮੈਂਟਸ ਤੇ ਰੂਲ ਲਾਗੂ ਹੁੰਦਾ ਹੋਵੇ। ਇਹਨੂੰ ਮੈਂ ਸਿੰਪਲ ਲੈਂਗੁਏਜ ਸਮਝਾਵਾਂ। ਆਪਣਾ ਕਿਸੇ ਨੰਬਰ ਦਾ ਆਪਣੇ ਆਪ ਨਾਲ ਰਿਲੇਸ਼ਨ ਹੋਵੇ। ਜਿਵੇਂ ਮੈਂ ਐਗਜ਼ਾਮਪਲ ਨਾਲ ਇਹ ਗੱਲ ਕਲੀਅਰ ਕਰਦਾ, ਜਿਵੇਂ ਇਕੁਅਲ ਟੂ ਹੈ। ਹੁਣ ਇਹ ਦੱਸੋ, ਕੋਈ ਨੰਬਰ ਸੋਚੋ ਆਪਣੇ ਦਿਮਾਗ 'ਚ, ਕੋਈ ਵੀ ਇੱਕ ਨੰਬਰ ਸੋਚੋ। ਜਿਵੇਂ ਮੰਨ ਲਓ ਮੈਨੇ 4 ਸੋਚ ਲਿਆ। ਹੁਣ ਇਹ ਦੇਖੋ ਵੀ 4 ਇਜ਼ ਇਕੁਅਲ ਟੂ 4 ਹੁੰਦਾ? ਹਾਂ ਹੁੰਦਾ। ਤਾਂ 4 ਦਾ ਆਪਣੇ ਆਪ ਨਾਲ ਇਹ ਇਕੁਅਲ ਟੂ ਵਾਲਾ ਰਿਲੇਸ਼ਨ ਹੈਗਾ। ਤਾਂ ਜਿਹੜਾ ਇਕੁਅਲ ਟੂ ਹੈ ਇਹ ਰਿਫਲੈਕਸਿਵ ਹੈ। ਠੀਕ ਹੈ। ਹੋਰ ਆਪਾਂ ਸੋਚ ਲਈਏ, ਮੰਨ ਲਓ ਗ੍ਰੇਟਰ ਦੈਨ ਹੈ। ਹੁਣ 4 ਇਜ਼ ਗ੍ਰੇਟਰ ਦੈਨ 4, ਕੀ ਇਹ ਗੱਲ ਸਹੀ ਹੈ? ਨਹੀਂ। ਤਾਂ ਜਿਹੜਾ ਗ੍ਰੇਟਰ ਦੈਨ ਦਾ ਸਾਈਨ ਹੈ, ਗ੍ਰੇਟਰ ਦੈਨ ਦਾ ਰਿਲੇਸ਼ਨ ਹੈ, ਇਹ ਰਿਫਲੈਕਸਿਵ ਨਹੀਂ ਹੈਗਾ। ਤਾਂ ਕੁਝ ਰਿਲੇਸ਼ਨ ਰਿਫਲੈਕਸਿਵ ਹੁੰਦੇ ਆ, ਕੁਝ ਨਹੀਂ ਹੁੰਦੇ। ਠੀਕ ਹੈ ਨਾ। ਰਿਫਲੈਕਸਿਵ ਕੀ ਹੁੰਦਾ? ਆਪਣਾ ਰਿਲੇਸ਼ਨ ਆਪਣੇ ਆਪ ਨਾਲ ਹੋਣਾ। ਠੀਕ ਹੈ। ਤਾਂ ਜਿਵੇਂ ਇਹਨੂੰ ਆਪਾਂ ਸਿੰਪਲ ਇੱਕ ਮੈਥਮੈਟੀਕਲ ਤਰੀਕੇ ਨਾਲ ਵੀ ਸਮਝਣ ਦੀ ਕੋਸ਼ਿਸ਼ ਕਰਦੇ ਹਾਂ। ਮੰਨ ਲਓ ਇੱਕ ਸੈੱਟ ਹੈ A 1 2 3 4, ਉਹਦੇ ਵਿੱਚ ਹੀ ਰਿਲੇਸ਼ਨ A to A। ਮੰਨ ਲਓ 1, 1, 2, 2, 3, 3 ਦਿੱਤਾ ਪਿਆ। ਤੁਹਾਨੂੰ ਪੇਪਰ 'ਚ ਕੁਐਸਚਨ ਆ ਜੇ ਵੀ ਦੱਸੋ ਵੀ 1 ਨੂੰ 1 ਦਾ 1 ਨਾਲ ਰਿਲੇਸ਼ਨ ਹੈਗਾ, 2 ਦਾ 2 ਨਾਲ ਹੈਗਾ, 3 ਦਾ 3 ਨਾਲ ਹੈਗਾ, ਕੀ ਇਹ ਰਿਫਲੈਕਸਿਵ ਹੈ? ਤਾਂ ਤੁਹਾਡਾ ਆਨਸਰ ਹੋਊਗਾ ਨੋ। ਨੋ ਕਿਉਂ? ਕਿਉਂਕਿ ਮੈਂ ਦੇਖੋ ਇੱਥੇ ਕੀ ਲਿਖਿਆ, ਫॉर ऑल। ਸਾਰੇ ਐਲੀਮੈਂਟ ਇਸ ਚੀਜ਼ ਨੂੰ ਫੋਲੋ ਕਰਨੇ ਚਾਹੀਦੇ ਆ। ਮੰਨ ਲਿਆ 1 ਦਾ 1 ਨਾਲ ਹੈਗਾ, 2 ਦਾ 2, 3 ਦਾ 3 ਨਾਲ ਹੈਗਾ, ਪਰ 4 ਦਾ 4 ਨਾਲ ਤਾਂ ਹੈ ਨਹੀਂ। ਠੀਕ ਆ ਨਾ। ਤਾਂ 4 ਦਾ 4 ਨਾਲ ਰਿਲੇਸ਼ਨ ਨਹੀਂ ਹੈਗਾ। ਇਹਦੇ ਵਿੱਚ ਸਾਰੇ ਦੇ ਸਾਰੇ ਐਲੀਮੈਂਟਸ ਦਾ ਆਪਣੇ ਆਪ ਨਾਲ ਰਿਲੇਸ਼ਨ ਹੋਣਾ ਚਾਹੀਦਾ। ਫॉर ऑल ਦਾ ਇਹੀ ਮਤਲਬ ਹੈ। ਠੀਕ ਹੈ। ਤੇ ਇਹੀ ਫਰਕ ਹੈ ਇਹਦਾ ਜੋ ਆਪਾਂ ਆਇਡੈਂਟੀਟੀ ਰਿਲੇਸ਼ਨ ਪੜ੍ਹਿਆ ਸੀ, ਉਹ 'ਚ ਫॉर ऑल ਨਹੀਂ ਹੁੰਦਾ। ਉਹਦੇ ਵਿੱਚ ਕੁਛ ਕੁ ਐਲੀਮੈਂਟਸ ਵੀ ਹੋਣ ਤਾਂ ਵੀ ਕੰਮ ਚੱਲ ਜਾਂਦਾ, ਪਰ ਰਿਫਲੈਕਸਿਵ ਦੇ ਵਿੱਚ ਸਾਰੇ ਦੇ ਸਾਰੇ ਐਲੀਮੈਂਟਸ ਦਾ ਆਪਣੇ ਆਪ ਨਾਲ ਰਿਲੇਸ਼ਨ ਹੋਣਾ ਚਾਹੀਦਾ। ਤਾਂ ਜਾਣੀ ਜਿਹਨੂੰ ਕੰਪਲੀਟ ਕਰਨਾ ਤਾਂ ਇਹਦੇ ਨਾਲ 4, 4 ਵੀ ਹੋਣਾ ਚਾਹੀਦਾ ਦੀ। ਹਾਂ, ਹੁਣ ਇਹ ਰਿਲੇਸ਼ਨ ਰਿਫਲੈਕਸਿਵ ਹੈ। ਅਗਲੀ ਗੱਲ ਸ਼ੁਰੂ ਕਰਦੇ ਹਾਂ, ਸਿਮੈਟ੍ਰਿਕ। ਸਿਮੈਟ੍ਰਿਕ ਕੀ ਹੁੰਦਾ? ਕੋਈ ਰਿਲੇਸ਼ਨ ਸਿਮੈਟ੍ਰਿਕ ਉਦੋਂ ਹੁੰਦਾ ਜੇ A ਦਾ B ਨਾਲ ਰਿਲੇਸ਼ਨ ਹੋਵੇ ਤਾਂ B ਦਾ A ਨਾਲ ਵੀ ਉਹੀ ਰਿਲੇਸ਼ਨ ਹੋਣਾ ਚਾਹੀਦਾ। ਜਿਵੇਂ ਆਪਾਂ ਗੱਲ ਕਰੀਏ, ਕੋਈ ਰਿਲੇਸ਼ਨ ਆਪਾਂ ਲੈਟ ਕਰਦੇ ਹਾਂ। ਮੰਨ ਲਓ ਸਿਮਿਲਰ ਟੂ ਟ੍ਰਾਇੰਗਲਸ ਵਾਲਾ। ਮੰਨ ਲਓ ਇੱਕ ਟ੍ਰਾਇੰਗਲ ਦੂਜੇ ਦੇ ਸਿਮਿਲਰ ਹੈ। ਮੰਨ ਲਓ ਇੱਕ ਟ੍ਰਾਇੰਗਲ ਹੈ T1, ਇੱਕ ਹੈ T2। ਇਹ ਤੁਹਾਨੂੰ ਮੈਂ ਦੱਸ ਰਿਹਾ ਵੀ ਪਹਿਲੀ ਟ੍ਰਾਇੰਗਲ ਦੂਜੀ ਦੇ ਸਿਮਿਲਰ ਹੈ। ਤਾਂ ਤੁਸੀਂ ਸੋਚੋ ਕਿ ਦੂਜੀ ਵੀ ਪਹਿਲੀ ਦੇ ਸਿਮਿਲਰ ਹੋਊਗੀ। ਹਾਂ, ਦੂਜੀ ਵੀ ਤਾਂ ਪਹਿਲੀ ਦੇ ਸਿਮਿਲਰ ਹੋਊਗੀ। ਤਾਂ ਜਦੋਂ ਇੱਕ ਦਾ ਦੂਜੇ ਨਾਲ ਹੋਵੇ, ਉਹੀ ਰਿਲੇਸ਼ਨ ਦੂਜੇ ਦਾ ਪਹਿਲੇ ਨਾਲ ਹੋਵੇ, ਤਾਂ ਉਹ ਸਿਮੈਟ੍ਰਿਕ ਹੁੰਦਾ। ਠੀਕ ਆ। ਇਹ ਵੀ ਫॉर ऑल ਹੁੰਦਾ। ਤਾਂ ਹੋਰ ਕੋਈ ਆਪਾਂ ਸੋਚੀਏ ਜਿਹੜਾ ਨਹੀਂ ਹੁੰਦਾ, ਗ੍ਰੇਟਰ ਦੈਨ ਦਾ ਸਾਈਨ ਲੈ ਲੈਂਦੇ ਆ। 4 ਇਜ਼ ਗ੍ਰੇਟਰ ਦੈਨ 3 ਹੁੰਦਾ। ਕੀ 3 ਇਜ਼ ਗ੍ਰੇਟਰ ਦੈਨ 4 ਹੁੰਦਾ? ਨਹੀਂ ਹੁੰਦਾ। ਤਾਂ ਇਹ ਸਿਮੈਟ੍ਰਿਕ ਨਹੀਂ ਹੈਗਾ। ਤਾਂ ਕੁਝ ਸਿਮੈਟ੍ਰਿਕ ਹੁੰਦੇ ਨੇ, ਕੁਝ ਸਿਮੈਟ੍ਰਿਕ ਨਹੀਂ ਹੁੰਦੇ। ਅਗਲੀ ਗੱਲ ਕਰਦੇ ਹਾਂ ਟ੍ਰਾਂਜ਼ਿਟਿਵ ਦੀ। ਰਿਲੇਸ਼ਨ ਟ੍ਰਾਂਜ਼ਿਟਿਵ ਕਦੋਂ ਹੁੰਦਾ? ਰਿਲੇਸ਼ਨ ਟ੍ਰਾਂਜ਼ਿਟਿਵ ਉਦੋਂ ਹੁੰਦਾ ਜਦੋਂ ਰਿਲੇਸ਼ਨ ਦੇ ਵਿੱਚ ਦੋ ਚੀਜ਼ਾਂ ਤਾਂ ਪਈਆਂ ਹੋਣੀਆਂ ਜ਼ਰੂਰੀ ਨੇ। A ਦਾ ਰਿਲੇਸ਼ਨ B ਨਾਲ ਹੋਵੇ, B ਦਾ C ਨਾਲ ਹੋਵੇ।
ਤਾਂ ਦੇਖਣਾ ਹੁੰਦਾ ਵੀ ਇਹਦਾ ਵੀ ਸੀ ਨਾਲ ਹੈਗਾ। ਪਰ ਇੱਕ ਗੱਲ ਧਿਆਨ ਰੱਖਿਓ ਵੀ ਇਹ ਦੋਨੇ ਚੀਜ਼ਾਂ ਪ੍ਰੈਜ਼ੈਂਟ ਹੋਣੀਆਂ ਜ਼ਰੂਰੀ ਨੇ। ਮੈਂ ਤੁਹਾਨੂੰ ਐਗਜ਼ਾਮਪਲ ਦੇ ਕੇ ਸਮਝਾਉਣਾ। ਦੇਖੋ ਜਿਵੇਂ 1,2 ਹੈ, 2,3 ਹੈ, 1,3 ਹੈ। ਦੇਖੋ ਮੰਨ ਲਓ ਐ ਆਪਾਂ ਨੂੰ ਰਿਲੇਸ਼ਨ ਦੇਤਾ, ਆਪਾਂ ਦੇਖਾਂਗੇ 1 ਦਾ 2 ਨਾਲ ਰਿਲੇਸ਼ਨ ਹੈਗਾ, ਠੀਕ ਆ, ਪਹਿਲੇ ਦਾ ਦੂਜੇ ਨਾਲ ਹੈਗਾ। ਫਿਰ 2 ਦਾ ਅੱਗੇ 3 ਨਾਲ ਹੈਗਾ, 2 ਦਾ 3 ਨਾਲ ਵੀ ਹੈਗਾ। ਅੱਗੇ ਫਿਰ 1 ਦਾ 3 ਨਾਲ ਹਾਂ ਪਿਆ, ਤਾਂ ਇਹ ਰਿਲੇਸ਼ਨ ਕੀ ਹੋ ਗਿਆ, ਟ੍ਰਾਂਜ਼ਿਟਿਵ ਹੋ ਗਿਆ। ਠੀਕ ਹੈ ਨਾ। ਤਾਂ 1 ਦਾ 2 ਨਾਲ ਸੀਗਾ, 2 ਦਾ 3 ਨਾਲ ਹੈਗਾ, ਤਾਂ 1 ਦਾ 3 ਨਾਲ ਵੀ ਵਿੱਚ ਪਿਆ ਹੈ, ਤਾਂ ਇਹ ਟ੍ਰਾਂਜ਼ਿਟਿਵ ਹੈ। ਓਕੇ। ਇੱਥੇ ਇੱਕ ਬੱਚੇ ਹਮੇਸ਼ਾ ਗਲਤੀ ਕਰਦੇ ਆ, ਉਹ ਪੂਰਾ ਤੁਸੀਂ ਧਿਆਨ ਨਾਲ ਉਹ ਗੱਲ ਯਾਦ ਰੱਖਣੀ ਹੈ। ਉਹ ਕੀ ਹੈ, ਆ ਦੋਨੇ ਚੀਜ਼ਾਂ ਪ੍ਰੈਜ਼ੈਂਟ ਹੋਣੀਆਂ ਜ਼ਰੂਰੀ ਨੇ। ਜਿਵੇਂ ਮੈਂ ਤੁਹਾਨੂੰ ਇੱਕ ਐਗਜ਼ਾਮਪਲ ਦੇਣਾ, ਅਗਲਾ ਕਹਿੰਦੇ 1,2 3,4, ਕੋਈ ਪੁੱਛ ਲੇ ਕਿ ਇਹ ਟ੍ਰਾਂਜ਼ਿਟਿਵ ਹੈਗਾ। ਹੁਣ ਜ਼ਿਆਦਾਤਰ ਬੱਚਿਆਂ ਦਾ ਆਨਸਰ ਹੋਊਗਾ ਵੀ ਨਹੀਂ ਜੀ 1,2 ਹੈ, 2,3 ਤਾਂ ਇੱਥੇ ਹੈ ਨਹੀਂ, ਜਾਂ 2, ਕੁਛ ਹੈ ਨਹੀਂ। ਤਾਂ ਇਹ ਗਲਤ ਜਵਾਬ ਹੈ ਤੁਹਾਡਾ। 1,2 ਪ੍ਰੈਜ਼ੈਂਟ ਹੈ, ਦੇਖੋ A, B ਪ੍ਰੈਜ਼ੈਂਟ ਹੋ ਗਿਆ। ਫਿਰ B, C ਵੀ ਵਿੱਚ ਪ੍ਰੈਜ਼ੈਂਟ ਚਾਹੀਦਾ ਹੈ, ਫਿਰ ਆਪਾਂ ਅਗਲੀ ਚੀਜ਼ ਚੈੱਕ ਕਰਨੀ ਹੈ। ਦੇਖੋ ਰੇ 1,2 ਪ੍ਰੈਜ਼ੈਂਟ ਹੈ, ਪਰ ਤਾਂ 2, ਸਮਥਿੰਗ ਵੀ ਪ੍ਰੈਜ਼ੈਂਟ ਹੋਣਾ ਚਾਹੀਦਾ। ਮਤਲਬ A, B ਤੇ B, C ਵੀ ਪ੍ਰੈਜ਼ੈਂਟ ਹੋਣਾ ਚਾਹੀਦਾ ਹੈ, ਤਾਂ ਹੀ ਆਪਾਂ ਕਹਿ ਸਕਦੇ ਹਾਂ ਅੱਗੇ। ਫਿਰ ਤਾਂ ਹੀ ਇਹ ਚੈੱਕ ਕਰਨਾ ਤੀਜੀ ਚੀਜ਼। ਜੇ ਪਹਿਲੀਆਂ ਦੋ ਹੀ ਨਹੀਂ ਹੈਗੀਆਂ ਤਾਂ ਅਗਲੀ ਚੈੱਕ ਤਾਂ ਕਰਨੀ ਵੀ ਨਹੀਂ ਹੈਗੀ, ਤਾਂ ਇਹ ਟ੍ਰਾਂਜ਼ਿਟਿਵ ਹੋਊਗਾ। ਇਹ ਗੱਲ ਯਾਦ ਰੱਖਣੀ ਹੈ। ਕਿਤੇ ਸੋਚੋ ਵੀ ਆਹ ਤਾਂ ਟ੍ਰਾਂਜ਼ਿਟਿਵ ਹੈ ਨਹੀਂ, ਕਿਉਂਕਿ 1,2 ਇੱਥੇ ਹੈਗਾ, 2,3 ਤਾਂ ਹੈ ਨਹੀਂ ਨਾ ਦੂਜੀ ਚੀਜ਼, ਤਾਂ ਇਹਨੂੰ ਵੀ ਆਪਾਂ ਟ੍ਰਾਂਜ਼ਿਟਿਵ ਦੇ ਵਿੱਚ ਹੀ ਗਿਣਾਂਗੇ। ਬਾਕੀ ਆਪਾਂ ਬਹੁਤ ਸਾਰੀਆਂ ਹੁਣ ਐਗਜ਼ਾਮਪਲਸ ਲੈ ਕੇ ਮੈਂ ਤੁਹਾਤੋਂ ਹੁਣ ਇਹ ਮਤਲਬ ਤੁਹਾਡੇ ਸਾਹਮਣੇ ਰੱਖਣ ਲੱਗਿਆ, ਜਿਹਦੇ ਵਿੱਚ ਤੁਸੀਂ ਚੈੱਕ ਕਰਨਾ ਕਿਹੜਾ ਰਿਫਲੈਕਸਿਵ ਹੈਗਾ, ਸਿਮੈਟ੍ਰਿਕ, ਟ੍ਰਾਂਜ਼ਿਟਿਵ ਹੈਗਾ ਜਾਂ ਨਾ। ਤਾਂ ਇੱਕ ਵਾਰ ਦੁਬਾਰਾ ਦੇਖ ਲਓ, ਰਿਫਲੈਕਸਿਵ ਕੀ ਹੁੰਦਾ, ਆਪਣਾ ਆਪਣੇ ਆਪ ਨਾਲ ਹੋਵੇ ਰਿਲੇਸ਼ਨ। ਸਿਮੈਟ੍ਰਿਕ ਹੁੰਦਾ ਜੇ ਪਹਿਲੇ ਦਾ ਦੂਜੇ ਨਾਲ ਹੈਗਾ, ਉਹੀ ਰਿਲੇਸ਼ਨ ਦੂਜੇ ਦਾ ਪਹਿਲੇ ਨਾਲ ਹੈਗਾ। ਤੇ ਟ੍ਰਾਂਜ਼ਿਟਿਵ ਹੁੰਦਾ ਪਹਿਲੇ ਦਾ ਦੂਜੇ ਨਾਲ ਹੋਣਾ ਚਾਹੀਦਾ, ਦੂਜੇ ਦਾ ਤੀਜੇ ਨਾਲ, ਤਾਂ ਕਿ ਪਹਿਲੇ ਦਾ ਵੀ ਤੀਜੇ ਨਾਲ ਹੈਗਾ। ਤੇ ਇਸ ਤੋਂ ਬਾਅਦ ਇੱਕ ਫਾਈਨਲ ਹੁੰਦਾ ਇਕੁਇਵਲੈਂਸ ਰਿਲੇਸ਼ਨ। ਇਹ ਕੀ ਹੈ, ਜਦੋਂ ਕੋਈ ਰਿਲੇਸ਼ਨ ਰਿਫਲੈਕਸਿਵ ਵੀ ਹੋਵੇ, ਸਿਮੈਟ੍ਰਿਕ ਵੀ ਹੋਵੇ, ਟ੍ਰਾਂਜ਼ਿਟਿਵ ਵੀ ਹੋਵੇ, ਜੇ ਤਿੰਨੇ ਜੈਸ ਹੋ ਜਾਣ, ਇਹਦਾ ਮਤਲਬ ਉਹ ਰਿਲੇਸ਼ਨ ਇਕੁਇਵਲੈਂਸ ਆ। ਜੇ ਇੱਕ ਵੀ ਵਿੱਚ ਪ੍ਰੋਬਲਮ ਆ ਜਾਏ, ਇਹਦਾ ਮਤਲਬ ਉਹ ਇਕੁਇਵਲੈਂਸ ਨਹੀਂ ਹੈਗਾ। ਹੁਣ ਮੈਂ ਇੱਥੇ ਇੱਕ ਟੇਬਲ ਬਣਾਇਆ, ਜਿਹਦੇ ਵਿੱਚ ਇੱਧਰ ਮੈਂ ਰਿਫਲੈਕਸਿਵ, ਸਿਮੈਟ੍ਰਿਕ, ਟ੍ਰਾਂਜ਼ਿਟਿਵ ਲਿਖ ਲਏ, ਤੇ ਇੱਧਰ ਕੁਝ ਰਿਲੇਸ਼ਨ ਲਿਖ ਲਏ। ਇਹ 'ਚ ਜਿਹੜੀ ਚੀਜ਼ ਹੋਊਗੀ ਉਹਨੂੰ ਆਪਾਂ ਟਿਕ ਲਾਵਾਂਗੇ, ਬਸ ਇਹਨੂੰ ਉਸ ਉਰੇ ਲਿਖਾਂਗੇ ਨਹੀਂ, ਸਿਰਫ ਟਿਕ ਜਾਂ ਕ੍ਰਾਸ ਦਾ ਸਾਈਨ ਲਾਵਾਂਗੇ। ਤਾਂ ਤੁਸੀਂ ਨਾਲ ਨਾਲ ਮੇਰੇ ਆਪਣੇ ਮਾਈਂਡ 'ਚ ਸੋਚਣਾ। ਦੇਖੋ ਗ੍ਰੇਟਰ ਦੈਨ ਦੇ ਸਾਈਨ ਨੂੰ ਦੇਖਦੇ ਹਾਂ ਵੀ ਰਿਫਲੈਕਸਿਵ ਹੈਗਾ। ਹੁਣ ਨੰਬਰ ਸੋਚੋ ਕੋਈ ਦਿਮਾਗ ਦੇ ਵਿੱਚ, ਕਿ 4 ਗ੍ਰੇਟਰ ਦੈਨ 4 ਹੁੰਦਾ, ਨਹੀਂ ਹੁੰਦਾ, ਤਾਂ ਇਹ ਰਿਫਲੈਕਸਿਵ ਨਹੀਂ ਹੈਗਾ, ਕਿਉਂਕਿ ਕਿਸੇ ਵੀ ਨੰਬਰ ਦਾ ਆਪਣੇ ਆਪ ਨਾਲ ਇਹ ਰਿਲੇਸ਼ਨ ਫੋਲੋ ਨਹੀਂ ਹੁੰਦਾ। ਅਗਲੀ ਗੱਲ, ਹੁਣ ਆਪਾਂ ਪਰਪੈਂਡੀਕੂਲਰ ਨੂੰ ਦੇਖਦੇ ਹਾਂ ਕਿ ਇਹ ਰਿਫਲੈਕਸਿਵ ਹੈਗਾ। ਕਿ ਇੱਕ ਲਾਈਨ ਮੈਂ ਤੁਹਾਨੂੰ ਦੇ ਦਾਂ, ਮੰਨ ਲਓ ਸਪੋਜ਼ ਇਹ ਪੈਨ ਇੱਕ ਲਾਈਨ ਹੈ, ਕਿ ਇਹ ਆਪਣੇ ਆਪ ਦੇ ਪਰਪੈਂਡੀਕੂਲਰ ਹੈਗੀ, ਆਪਣੇ ਆਪ ਦੇ ਨਹੀਂ, ਆਪਣੇ ਆਪ ਦੇ ਪਰਪੈਂਡੀਕੂਲਰ ਇਹ ਲਾਈਨ ਨਹੀਂ ਹੈਗੀ, ਤਾਂ ਇਹ ਵੀ ਰਿਫਲੈਕਸਿਵ ਨਹੀਂ ਹੈਗੀ। ਅਗਲਾ ਰਿਲੇਸ਼ਨ ਇਜ਼ ਫੈਕਟਰ ਆਫ। ਇਹ ਸੋਚੋ ਵੀ ਕੋਈ ਨੰਬਰ ਲੈ ਲਓ, ਜਿਵੇਂ 4 ਲੈ ਲਿਆ, ਕਿ 4 ਇਜ਼ ਫੈਕਟਰ ਆਫ 4 ਹੁੰਦਾ, ਹਾਂ ਹੁੰਦਾ, ਤਾਂ ਇਹ ਰਿਫਲੈਕਸਿਵ ਹੈਗਾ। ਹੁਣ ਇਹ ਦੱਸੋ ਵੀ ਟ੍ਰਾਇੰਗਲ ਆਪਣੇ ਆਪ ਦੇ ਸਿਮਿਲਰ ਹੁੰਦੀ ਹੈ, ਹਾਂ ਹੋਊਗੀ, ਹੋਰ ਦੇ ਤਾਂ ਹੋਵੇ ਨਾ ਹੋਵੇ, ਆਪਣੇ ਆਪ ਦੇ ਜ਼ਰੂਰ ਹੋਊਗੀ। ਤਾਂ ਇਹ ਕੁਛ ਰਿਲੇਸ਼ਨ ਰਿਫਲੈਕਸਿਵ ਸੀਗੇ, ਕੁਛ ਰਿਫਲੈਕਸਿਵ ਨਹੀਂ ਸੀਗੇ। ਹੁਣ ਗੱਲ ਕਰਦੇ ਹਾਂ ਸਿਮੈਟ੍ਰਿਕ ਦੀ। ਸਿਮੈਟ੍ਰਿਕ 'ਚ ਆਪਾਂ ਇਹੀ ਦੇਖਣਾ ਹੁੰਦਾ ਵੀ ਜੇ ਪਹਿਲੇ ਦਾ ਰਿਲੇਸ਼ਨ ਦੂਜੇ ਨਾਲ ਹੋਵੇ, ਸੇਮ ਰਿਲੇਸ਼ਨ ਦੂਜੇ ਦਾ ਪਹਿਲੇ ਨਾਲ ਹੁੰਦਾ। ਤਾਂ ਹੁਣ ਤੁਸੀਂ ਦੱਸੋ ਵੀ ਇੱਕ ਨੰਬਰ ਦੂਜੇ ਤੋਂ ਗ੍ਰੇਟਰ ਹੈ, ਮੰਨ ਲਓ 4 ਗ੍ਰੇਟਰ ਦੈਨ 3 ਹੈ, ਕਿ 3 ਵੀ ਗ੍ਰੇਟਰ ਦੈਨ 4 ਹੁੰਦਾ, ਨਹੀਂ ਹੁੰਦਾ, ਤਾਂ ਇਹ ਸਿਮੈਟ੍ਰਿਕ ਨਹੀਂ ਹੈਗਾ। ਹੁਣ ਅਗਲਾ ਰਿਲੇਸ਼ਨ ਲੈਂਦੇ ਆ ਪਰਪੈਂਡੀਕੂਲਰ। ਇੱਕ ਲਾਈਨ ਦੂਜੀ ਦੇ ਪਰਪੈਂਡੀਕੂਲਰ ਹੈ, ਜਿਵੇਂ ਮੈਂ ਇਹ ਫਿੰਗਰ ਤੇ ਇਹ ਪੈਨ ਸਮਝ ਲਓ, ਇੱਕ ਲਾਈਨ ਦੂਜੀ ਦੇ ਪਰਪੈਂਡੀਕੂਲਰ ਹੈ, ਕਿ ਦੂਜੀ ਵੀ ਪਹਿਲੀ ਦੇ ਪਰਪੈਂਡੀਕੂਲਰ ਹੈ, ਹਾਂ। ਜੇ ਇੱਕ ਲਾਈਨ ਦੂਜੀ ਦੇ ਪਰਪੈਂਡੀਕੂਲਰ ਹੈ ਤਾਂ ਦੂਜੀ ਵੀ ਪਹਿਲੀ ਦੇ ਪਰਪੈਂਡੀਕੂਲਰ ਹੁੰਦੀ ਹੈ, ਤਾਂ ਇਹ ਸਿਮੈਟ੍ਰਿਕ ਹੁੰਦਾ ਹੈ। ਅਗਲਾ ਰਿਲੇਸ਼ਨ ਦੇਖਦੇ ਹਾਂ ਇਜ਼ ਫੈਕਟਰ ਆਫ। ਜੇ ਇੱਕ ਨੰਬਰ ਦੂਜੇ ਦਾ ਫੈਕਟਰ ਹੈ, ਜੇ ਜਿਵੇਂ 2 ਇਜ਼ ਫੈਕਟਰ ਆਫ 4,
ਤਾਂ ਤੁਸੀਂ ਦੱਸੋ ਵੀ 4 ਇਜ਼ ਫੈਕਟਰ ਆਫ 2, ਮਤਲਬ ਉਲਟਾ ਵੀ ਹੈਗਾ, 2 ਦੇ ਟੇਬਲ 'ਚ 4 ਆਉਂਦਾ ਹੈ, ਕਿ 4 ਦੇ ਟੇਬਲ 'ਚ ਵੀ 2 ਆਉਂਦਾ ਹੈ? ਨਹੀਂ, ਇਹ ਪੋਸੀਬਲ ਨਹੀਂ ਹੈਗਾ, ਤਾਂ ਕਰਕੇ ਇਹ ਵੀ ਸਿਮੈਟ੍ਰਿਕ ਨਹੀਂ ਹੈਗਾ। ਸਿਮਿਲਰ ਦੇ ਕੇਸ ਦੇ ਵਿੱਚ ਇਹ ਸਿਮੈਟ੍ਰਿਕ ਹੁੰਦਾ। ਇੱਕ ਟ੍ਰਾਇੰਗਲ ਜੇ ਦੂਜੀ ਦੇ ਸਿਮਿਲਰ ਹੈ ਤਾਂ ਦੂਜੀ ਵੀ ਪਹਿਲੀ ਦੇ ਸਿਮਿਲਰ ਹੋਊਗੀ। ਠੀਕ ਹੈ, ਤਾਂ ਸਿਮੈਟ੍ਰਿਕ ਬਾਰੇ ਸਮਝ ਗਏ ਹੋਵੋਗੇ। ਹੁਣ ਗੱਲ ਕਰਦੇ ਹਾਂ ਟ੍ਰਾਂਜ਼ਿਟਿਵ ਬਾਰੇ। ਟ੍ਰਾਂਜ਼ਿਟਿਵ ਕੀ ਹੁੰਦਾ? ਟ੍ਰਾਂਜ਼ਿਟਿਵ ਦੇਖੋ, ਇੱਕ ਨੰਬਰ ਦੂਜੇ ਤੋਂ ਵੱਡਾ ਹੋਵੇ, ਦੂਜਾ ਤੀਜੇ ਤੋਂ ਵੱਡਾ ਹੋਵੇ, ਪਹਿਲਾ ਤੀਜੇ ਤੋਂ ਵੱਡਾ ਹੋਊਗਾ। ਆਪਾਂ ਐਗਜ਼ਾਮਪਲ ਲੈਂਦੇ ਹਾਂ। ਮੰਨ ਲਓ 8 4 ਤੋਂ ਗ੍ਰੇਟਰ ਹੈ, 4 ਅੱਗੇ 3 ਤੋਂ ਗ੍ਰੇਟਰ ਹੈ, ਤਾਂ ਦੱਸੋ ਵੀ 8 ਵੀ 3 ਤੋਂ ਗ੍ਰੇਟਰ ਹੋਊਗਾ? ਹਾਂ, ਹੋਊਗਾ। ਤਾਂ ਇਹ ਟ੍ਰਾਂਜ਼ਿਟਿਵ ਹੁੰਦਾ ਹੈ। ਉਸੇ ਤਰੀਕੇ ਨਾਲ ਪਰਪੈਂਡੀਕੂਲਰ ਦੇਖਦੇ ਹਾਂ। ਇੱਕ ਲਾਈਨ ਦੂਜੀ ਦੇ ਪਰਪੈਂਡੀਕੂਲਰ ਆਪਾਂ ਡਰਾਅ ਕਰ ਲਈ, ਅੱਗੇ ਦੂਜੀ ਲਾਈਨ ਕਿਸੇ ਤੀਜੀ ਦੇ ਪਰਪੈਂਡੀਕੂਲਰ ਹੈ। ਇਹ ਪਹਿਲੀ ਲਾਈਨ ਆ, ਇਹ ਦੂਜੀ ਹੈ, ਤੀਜੀ ਆ। ਫਸਟ ਲਾਈਨ ਇਜ਼ ਪਰਪੈਂਡੀਕੂਲਰ ਟੂ ਸੈਕੰਡ ਐਂਡ ਸੈਕੰਡ ਲਾਈਨ ਇਜ਼ ਪਰਪੈਂਡੀਕੂਲਰ ਟੂ ਥਰਡ। ਤੁਸੀਂ ਦੱਸੋ ਕਿ ਪਹਿਲੀ ਲਾਈਨ ਤੀਜੀ ਦੇ ਵੀ ਪਰਪੈਂਡੀਕੂਲਰ ਹੈ? ਨਹੀਂ, ਇਹ ਦੋਨੇ ਤਾਂ ਆਪਸ 'ਚ ਪੈਰਲਲ ਆ ਗਈਆਂ। ਤਾਂ ਪਹਿਲੀ ਲਾਈਨ ਜੇ ਦੂਜੀ ਦੇ ਪਰਪੈਂਡੀਕੂਲਰ ਹੋਵੇ, ਦੂਜੀ ਤੀਜੀ ਦੀ ਹੋਵੇ, ਤਾਂ ਪਹਿਲੀ ਤੇ ਤੀਜੀ ਨਹੀਂ ਵੀ ਜ਼ਰੂਰੀ ਪਰਪੈਂਡੀਕੂਲਰ ਹੋਣਗੀਆਂ, ਉਹ ਤਾਂ ਪੈਰਲਲ ਬਣ ਜਾਂਦੀਆਂ ਨੇ। ਤਾਂ ਆਪਾਂ ਕਹਿ ਸਕਦੇ ਹਾਂ ਵੀ L1 ਜੇ L2 ਦੇ ਪੈਰਲਲ ਹੈ, L2 L3 ਦੇ ਪੈਰਲਲ ਹੈ, ਤਾਂ L1 L3 ਦੇ ਪੈਰਲਲ ਨਹੀਂ ਹੁੰਦੀ, ਤਾਂ ਇਹ ਵੀ ਟ੍ਰਾਂਜ਼ਿਟਿਵ ਨਹੀਂ ਹੈਗਾ। ਅਗਲੀ ਗੱਲ ਹੈ ਇਜ਼ ਫੈਕਟਰ ਆਫ। ਹਾਂ, ਇਹ ਤੁਸੀਂ ਆਪ ਸੋਚਣਾ ਇਹ ਹੁੰਦਾ। 2 ਇਜ਼ ਫੈਕਟਰ ਆਫ 4, 4 ਇਜ਼ ਫੈਕਟਰ ਆਫ 8, 2 ਇਜ਼ ਆਲਸੋ ਫੈਕਟਰ ਆਫ 8। ਸਿਮਿਲਰ ਵੀ ਟ੍ਰਾਂਜ਼ਿਟਿਵ ਹੁੰਦਾ। ਇੱਕ ਟ੍ਰਾਇੰਗਲ ਦੂਜੀ ਦੇ ਸਿਮਿਲਰ ਹੈ, ਦੂਜੀ ਟ੍ਰਾਇੰਗਲ ਤੀਜੀ ਦੇ ਸਿਮਿਲਰ ਹੈ, ਤਾਂ ਪਹਿਲੀ ਵੀ ਤੀਜੀ ਦੇ ਸਿਮਿਲਰ ਹੋਊਗੀ। ਤਾਂ ਹੁਣ ਇਕੁਇਵਲੈਂਸ ਦੇਖ ਲੈਂਦੇ ਆ। ਇਕੁਇਵਲੈਂਸ ਕਿਵੇਂ ਚੈੱਕ ਕਰਨਾ ਹੁੰਦਾ? ਜੇ ਤਿੰਨੇ ਚੀਜ਼ਾਂ ਜੈਸ ਹੋ ਜਾਣ ਤਾਂ ਉਹ ਰਿਲੇਸ਼ਨ ਇਕੁਇਵਲੈਂਸ ਹੁੰਦਾ। ਆ ਤਾਂ ਰਿਫਲੈਕਸਿਵ ਸਿਮੈਟ੍ਰਿਕ ਹੈ ਹੀ ਨਹੀਂ, ਤਾਂ ਟ੍ਰਾਂਜ਼ਿਟਿਵ ਇਕੱਲੇ ਨਾਲ ਤਾਂ ਹੋਣ ਨਹੀਂ ਲੱਗਾ ਇਕੁਇਵਲੈਂਸ, ਤਾਂ ਇਕੁਇਵਲੈਂਸ ਨਹੀਂ ਹੈਗਾ। ਇਹ 'ਚ ਵੀ ਵਿੱਚ ਕ੍ਰਾਸ ਆ ਗਏ ਤਾਂ ਇਹ ਵੀ ਨਹੀਂ ਹੈਗਾ, ਇਹ 'ਚ ਵੀ ਕ੍ਰਾਸ ਆ ਗਏ ਤਾਂ ਇਹ ਵੀ ਨਹੀਂ ਹੈਗਾ। ਇਹ ਤਿੰਨੇ ਚੀਜ਼ਾਂ ਨੂੰ ਹੋਲਡ ਕਰਦਾ, ਤਾਂ ਹਾਂ ਇਹ ਇਕੁਇਵਲੈਂਸ ਰਿਲੇਸ਼ਨ ਹੈਗਾ। ਲਾਸਟ ਇੱਕ ਛੋਟੀ ਜਿਹੀ ਐਗਜ਼ਾਮਪਲ ਆਪਾਂ ਸਮਝ ਕੇ ਵੀਡੀਓ ਖਤਮ ਕਰਨ ਲੱਗੇ ਹਾਂ, ਤੇ ਕੁਐਸਚਨ ਆਪਾਂ ਅਗਲੀ ਵੀਡੀਓ 'ਚ ਸ਼ੁਰੂ ਕਰਾਂਗੇ। ਜੋ ਪਹਿਲੀ ਐਕਸਰਸਾਈਜ਼ ਹੈ, ਇਹ ਬੇਸਿਕ ਸੀਗੇ ਸਾਰੇ। ਤਾਂ ਇੱਕ ਆਪਾਂ ਨੇ ਸੈੱਟ ਲੈ ਲਿਆ A1 2 3, ਉਹਦੇ ਵਿੱਚ ਆਪਾਂ ਨੇ 2 ਰਿਲੇਸ਼ਨ ਲੈਤੇ ਨੇ, ਉਹ ਆਪਾਂ ਲਿਖ ਲਏ। ਤੇ ਇਹਦੇ ਵਿੱਚ ਆਪਾਂ ਦੇਖਣਾ ਵੀ ਕਿਹੜਾ ਰਿਲੇਸ਼ਨ ਰਿਫਲੈਕਸਿਵ ਸਿਮੈਟ੍ਰਿਕ ਟ੍ਰਾਂਜ਼ਿਟਿਵ 'ਚੋਂ ਕੀ ਹੈਗਾ ਕੀ ਨਹੀਂ। ਤਾਂ ਦੇਖੋ, ਪਹਿਲਾਂ ਆਪਾਂ ਦੇਖਦੇ ਹਾਂ ਕਿ ਇਹ ਰਿਲੇਸ਼ਨ ਰਿਫਲੈਕਸਿਵ ਹੈਗਾ। ਦੇਖੋ 1 ਦਾ ਰਿਲੇਸ਼ਨ 1 ਨਾਲ ਹੈਗਾ, 2 ਦਾ 2 ਨਾਲ ਹੈਗਾ, ਪਰ 3 ਦਾ 3 ਨਾਲ ਨਹੀਂ ਹੈਗਾ, ਤਾਂ ਇਹ ਰਿਫਲੈਕਸਿਵ ਨਹੀਂ ਹੈਗਾ, ਕਿਉਂਕਿ 3 ਦਾ 3 ਨਾਲ ਵੀ ਹੋਣਾ ਚਾਹੀਦਾ ਸੀ। ਸਿਮੈਟ੍ਰਿਕ ਦੇਖੋ 1 ਦਾ ਰਿਲੇਸ਼ਨ 3 ਨਾਲ ਹੈ ਤੇ 3 ਦਾ 1 ਨਾਲ ਪਿਆ ਨਹੀਂ ਹੈਗਾ, ਤਾਂ ਇਹ ਸਿਮੈਟ੍ਰਿਕ ਨਹੀਂ ਹੈਗਾ। ਹੁਣ ਦੇਖਦੇ ਹਾਂ ਟ੍ਰਾਂਜ਼ਿਟਿਵ। 1 ਦਾ 3 ਨਾਲ ਹੈ, 3 ਦਾ ਅੱਗੇ ਨਹੀਂ ਹੈਗਾ, ਤਾਂ ਪਹਿਲੀ ਚੀਜ਼, ਪਹਿਲੀਆਂ 2 ਚੀਜ਼ਾਂ ਤਾਂ ਹੋਣੀਆਂ ਚਾਹੀਦੀਆਂ ਨਾ, A ਦਾ B ਨਾਲ, B ਦਾ C ਨਾਲ, ਤਾਂ ਹੀ ਇਹਦਾ C ਨਾਲ ਦੇਖਣਾ ਹੁੰਦਾ। ਤਾਂ 1 ਦਾ 3 ਨਾਲ ਹੈਗਾ, ਅੱਗੇ 3 ਦਾ ਹੀ ਨਹੀਂ ਹੈਗਾ, ਤਾਂ ਇਹ ਟ੍ਰਾਂਜ਼ਿਟਿਵ ਹੋ ਸਕਦਾ। ਹਜੇ ਆਪਾਂ ਹੋਰ ਚੀਜ਼ ਦੇਖ ਲਈਏ ਕੋਈ। 1 ਦਾ 1 ਨਾਲ, 1 ਦਾ 1 ਨਾਲ ਹੈਗਾ, ਅੱਗੇ 1 ਦਾ 3 ਨਾਲ, ਇਹ ਨਹੀਂ ਹੈਗਾ ਵੀ 1 ਦਾ 1 ਨਾਲ ਆਪਾਂ ਕਿਉਂ ਦੇਖ ਰਹੇ ਹਾਂ। ਸੇਮ ਵੀ ਆਪਾਂ ਨੂੰ ਦੇਖਣਾ ਪੈਂਦਾ ਹੁੰਦਾ। 1 ਦਾ 1 ਨਾਲ ਹੈਗਾ, ਅੱਗੇ 1 ਦਾ 3 ਨਾਲ ਹੈਗਾ, ਕਿ 1 ਦਾ 3 ਨਾਲ ਹੈਗਾ? ਨਹੀਂ, ਤਾਂ ਇਹ ਟ੍ਰਾਂਜ਼ਿਟਿਵ ਨਹੀਂ ਹੈਗਾ, ਕਿਉਂਕਿ 1 ਦਾ ਰਿਲੇਸ਼ਨ 1 ਨਾਲ ਹੈਗਾ, ਅੱਗੇ 1 ਦਾ, ਇਸ 1 ਦਾ ਅੱਗੇ 3 ਨਾਲ ਹੈਗਾ, ਪਰ ਵਿੱਚ 1 ਦਾ 3 ਨਾਲ ਪ੍ਰੈਜ਼ੈਂਟ ਨਹੀਂ ਹੈਗਾ, ਤਾਂ ਇਹ ਟ੍ਰਾਂਜ਼ਿਟਿਵ ਨਹੀਂ ਹੈਗਾ। ਰਿਫਲੈਕਸਿਵ ਵੀ ਨਹੀਂ ਹੈਗਾ ਇਹ, ਕਿਉਂਕਿ 3 ਦਾ 3 ਨਾਲ ਨਹੀਂ ਹੈਗਾ। ਸਿਮੈਟ੍ਰਿਕ ਵੀ ਨਹੀਂ ਹੈਗਾ ਇਹ, ਸੌਰੀ ਸਿਮੈਟ੍ਰਿਕ ਹੈਗਾ, ਟ੍ਰਾਂਜ਼ਿਟਿਵ ਵੀ ਨਹੀਂ ਹੈਗਾ। ਤਾਂ ਐਵੇਂ ਆ ਤੁਸੀਂ ਆਪ ਸੋਚਣਾ ਵੀ ਇਹ ਰਿਫਲੈਕਸਿਵ ਸਿਮੈਟ੍ਰਿਕ ਟ੍ਰਾਂਜ਼ਿਟਿਵ 'ਚੋਂ ਕੀ ਹੈਗਾ ਤੇ ਕੀ ਨਹੀਂ। ਤਾਂ ਅਗਲੀ ਵੀਡੀਓ 'ਚ ਆਪਾਂ ਇਹਦੇ ਕੁਐਸਚਨ ਸ਼ੁਰੂ ਕਰਾਂਗੇ। ਥੈਂਕ ਯੂ।